ਨਾਨਕ ਹਰ ਸੰਗ ਮੀਤ, ਖੋਲ ਕਪਟ ਗੁਰ ਮੇਲਿਆ। ਨਾਨਕ ਹਰ ਸੰਗ ਮੀਤ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਤੂੰ ਸੁਲਤਾਨ ਕਹਾਂ ਹੋਮੀਆ। ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨ ਜਾਈ, ਹੋਵੈ ਸਿਫਤ ਖੁਸ਼ਮ ਦੀ। ਨੂਰ ਅਰਸ਼ੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੀ ਜਾਤ ਰੰਗਾਂ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਬਾਉ, ਤਿਸ ਤੇ ਹੋਏ ਲਖ ਦਰਿਆਉ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦੂਰ ਨੇੜੇ ਤੋਂ ਪਹੁੰਚੇ ਗੁਰੂ ਸਵਾਰੀ ਸਤਸੰਗੀ ਜਨੋ, ਜਪਜੀ ਸਾਹਿਬ ਦੀ 16ਵੀਂ ਪੌੜੀ ਦੀ ਵਿਚਾਰ ਆਪ ਜੀ ਪਿਛਲੇ 2 ਦਿਨਾਂ ਤੋਂ ਇਸ ਪੌੜੀ ਦੀ ਵਿਚਾਰ ਸਰਵਣ ਕਰ ਰਹੇ ਹੋ।
ਅੱਜ ਦੇ ਬਚਨਾਂ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਜਿਹੜਾ ਉਹਨੂੰ ਕੋਈ ਮਿਣ ਨਹੀਂ ਸਕਦਾ, ਤੋਲ ਨਹੀਂ ਸਕਦਾ, ਜਿਨ੍ਹਾਂ ਦੀ ਸੁਰਤ ਉਹਦੇ ਚਰਨਾਂ ਨਾਲ ਜੁੜ ਗਈ, ਫਿਰ ਉਹ ਐਸੀ ਅਵਸਥਾ ਵਿੱਚ ਚਲੇ ਗਏ ਜਿੱਥੇ ਕੋਈ ਹਿਸਾਬ ਕਿਤਾਬ ਨਹੀਂ ਹੈ। ਇੰਨਾ ਉੱਥੇ ਪਸਾਰਾ ਹੈ। ਗੁਰੂ ਸਾਹਿਬ ਕਹਿੰਦੇ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਸ ਇੱਕ ਸ਼ਬਦ ਵਿੱਚੋਂ ਅਨੇਕਾਂ ਸ਼ਬਦ ਨਿਕਲੇ, ਪਸਾਰਾ ਕਰ ਦਿੱਤਾ। ਪਸਾਓ ਦਾ ਅਰਥ ਹੈ ਕਿਸੇ ਚੀਜ਼ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਖਿਲਾਰ ਦੇਣਾ, ਵਧਾ ਦੇਣਾ। ਕੀਤਾ ਪਸਾਓ, ਪ੍ਰਸਾਰਨ ਕੀਤਾ ਅਕਾਲ ਪੁਰਖ ਨੇ ਜਦੋਂ ਜਗਤ ਦੀ ਰਚਨਾ ਕੀਤੀ, ਬਣਾਇਆ ਇਸ ਨੂੰ। ਇਸ ਦੀ ਜਦੋਂ ਸਿਰਜਣਾ ਕੀਤੀ, ਉਸ ਵਕਤ ਦੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਇੱਕ ਕਵਾਓ ਤੋਂ, ਕਵਾਓ ਦਾ ਅਰਥ ਹੈ ਕੂਣਾ, ਆਵਾਜ਼, ਸਾਊਂਡ। ਜੋ ਅਕਾਲ ਪੁਰਖ ਆਪ ਗੁਰਬਾਣੀ ਅਨੁਸਾਰ ਤਿੰਨ ਰੂਪ ਗੁਰੂ ਸਾਹਿਬ ਨੇ ਕਹੇ ਨੇ, ਨਿਰਗੁਣ, ਸਰਗੁਣ, ਨਿਰੰਕਾਰ, ਸੁਨ ਸਮਾਧੀ ਆਪ। ਆਪੇ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਨਿਰਗੁਣ ਦਾ ਅਰਥ ਹੈ ਜੋ ਹੋਵੇ ਤੇ ਦਿਸੇ ਨਾ, ਇਹ ਉਹਦਾ ਨਿਰਗੁਣ ਸਰੂਪ ਹੈ। ਸਰਗੁਣ ਦਾ ਭਾਵ ਹੈ ਜਿਹੜੀ ਚੀਜ਼ ਦਿਸਦੀ ਹੈ, ਜਿਵੇਂ ਜਿੰਨੀਆਂ ਦੇਹਾਂ ਹਨ, ਸਰੀਰ ਹੈ, ਇਹ ਸਾਰਾ ਉਹਦਾ ਦਿਸਦਾ ਹੋਇਆ ਰੂਪ ਹੈ। ਨਿਰੰਕਾਰ, ਸੁਨ ਸਮਾਧੀ, ਇੱਕ ਉਹਦਾ ਰੂਪ ਹੈ ਸੁਨ ਸਮਾਧੀ। ਇੱਕ ਉਹਦਾ ਰੂਪ ਹੈ ਸ਼ਬਦ। ਇੱਥੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਮਤਲਬ ਸ਼ਬਦ ਹੈ। ਉਹਨੇ ਆਪਣੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਰਚੀ, ਆਰੰਭ ਵਿੱਚ ਬਣਾਈ, ਜਿਹਦੇ ਤੋਂ ਅੱਗੇ ਸਾਰਾ ਕੁਝ ਬਣਾਇਆ। ਫਿਰ ਉਹ ਪਹਿਲੀ ਚੀਜ਼ ਸੀ ਸ਼ਬਦ। ਸ਼ਬਦ ਦਾ ਅਰਥ ਹੈ ਆਵਾਜ਼। ਅੱਗੋਂ ਫਿਰ ਉਹਦੇ ਤੋਂ ਕਈ ਆਵਾਜ਼ਾਂ ਬਣ ਗਈਆਂ, ਕਈ ਵਰਨਮਾਲਾ ਬਣ ਗਈਆਂ, ਕਈ ਅੱਖਰ ਬਣ ਗਏ, ਕਈ ਭਾਸ਼ਾਵਾਂ ਬਣ ਗਈਆਂ, ਕਈ ਬੋਲੀਆਂ ਪੈਦਾ ਹੋ ਗਈਆਂ, ਕਈ ਜਾਤੀਆਂ ਬਣ ਗਈਆਂ, ਕਿੰਨੇ ਪ੍ਰਕਾਰ ਦੇ ਅਰਬਾਂ ਤਰ੍ਹਾਂ ਦੇ ਜੀਵ ਪੈਦਾ ਹੋ ਗਏ ਉਹਦੇ ਵਿੱਚੋਂ। ਇੱਥੇ ਸਤਿਗੁਰਾਂ ਨੇ ਆਰੰਭ ਵਿੱਚ ਇੱਕ ਬਚਨ ਕੀਤਾ, ਕਹਿਣ ਲੱਗੇ ਜਦੋਂ ਉਹਨੇ ਹਰ ਇੱਕ ਜੀਵ ਨੂੰ ਬਣਾਇਆ ਤੇ ਜਦੋਂ ਉਹਨੇ ਇਹ ਪੈਦਾ ਕੀਤੇ ਤੇ ਇੱਕ ਉਹਦੇ ਹੁਕਮ ਦੀ ਕਲਮ ਸੀ ਉਹਦੇ ਹੱਥ ਵਿੱਚ। ਹੁਕਮ ਦੁਆਰਾ ਇੱਕ ਕਲਮ ਬਣਾਈ ਉਸਨੇ ਲਿਖਣ ਵਾਲੀ, ਜਿਹਦੇ ਨਾਲ ਕੁਝ ਲਿਖਿਆ ਜਾਏ। ਜਦੋਂ ਜੀਵ ਨੂੰ ਪੈਦਾ ਕੀਤਾ ਤਾਂ ਕਲਮ ਇੱਕ ਬਣਾਈ। ਉਸ ਕਲਮ ਦੇ ਨਾਲ ਸਾਰੇ ਬੰਦਿਆਂ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿਸਮਤ, ਸਾਰੇ ਜੀਵਾਂ ਦੀ ਲਿਖ ਦਿੱਤੀ। ਸਭਨਾ ਲਿਖਿਆ ਵੁੜੀ ਕਲਾਮ। ਕਲਾਮ ਦੇ ਅਰਥ ਨੇ ਕਲਮ। ਵੁੜੀ ਦਾ ਅਰਥ ਹੈ ਚੱਲੀ। ਜਦੋਂ ਜੀਵ ਪੈਦਾ ਕੀਤੇ ਅਕਾਲ ਪੁਰਖ ਨੇ, ਸੰਸਾਰ ਬਣਾਇਆ ਤੇ ਆਪਣੇ ਤੋਂ ਅਲੱਗਾ ਕਰਕੇ, ਵੱਖਰਾ ਕਰਕੇ, ਆਪਣੇ ਵਿੱਚੋਂ ਕਿਣਕਾ ਮਾਤਰ ਇੱਕ ਜੀਵ ਬਣਾ ਦਿੱਤਾ। ਕਬੀਰ ਜੀ ਨੇ ਬਚਨ ਕੀਤੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ਼। ਆਪਣੇ ਵਿੱਚੋਂ ਹੀ ਉਹਨੇ ਪੈਦਾ ਕੀਤਾ ਸਾਰਿਆਂ ਨੂੰ। ਜਿਵੇਂ ਸਮੁੰਦਰ ਵਿੱਚ ਸ਼ਕਤੀ ਆ ਜਾਏ ਕਿ ਉਹ ਆਪਣੇ ਵਿੱਚੋਂ ਛੋਟੀਆਂ ਛੋਟੀਆਂ ਬੂੰਦਾਂ ਨੂੰ ਵੱਖਰਾ ਕਰੀ ਜਾਏ। ਉਹ ਬੂੰਦਾਂ ਜਿਹੜੀਆਂ ਨੇ ਉਹਦਾ ਹੀ ਰੂਪ ਹਨ। ਤਾਂ ਇਸ ਤਰ੍ਹਾਂ ਜਦੋਂ ਵੱਖਰਾ ਕੀਤਾ ਸਾਨੂੰ ਉਹਨੇ, ਆਪਣੇ ਤੋਂ ਇੱਕ ਵੱਖਰੀ ਹੋਂਦ ਬਣਾ ਦਿੱਤੀ।
फिर उस होंद दे उत्ते अकाल पुरख वाहिगुरू ने अपने हुक्म रूपी कलम दे नाल उस बंदे दी किस्मत लिखी, लेख लिख दिते, जिन्हों गुरु साहब कहते ने कि सिर के लेख ना पढ़ै इयाना। भावें तू किन्ना पढ़ गया, भावें तू किन्ना सियाणा है, भावें तेरे कोल कुछ भी होवे, पर तेरे कोल ये समर्था गुरु तो बिना नहीं आ सकती कि तू अपनी जिंदगी दे लेख पढ़ लवें। सिर के लेख, सिर का मतलब है ये सिर जिहड़ा है। वैसे तजर्बेकारां दा एक ये कहना है कि जदों बंदे दा अंतिम संस्कार किया जाता है, बाद विच असीं कहने आ दे फुੱਲ चुके गए ने, उदों किसे किसे बंदे दी ये मस्तक वाली जिहड़ी फट्टी है वो साबत बच जाती है। नहीं तो आम तौर पर अग्नि इन्नी तेज हुंदी है जां शरीर दा जिहड़ा हड्डियां ने उन्हां विच कैल्शियम इन्ना घट जाता है कि अग उन्हां नूं साड़ दिंदी है जदों उहदा संस्कार किया जाता है। पर कोई विरला शरीर ऐसा हुंदा है जिहदे अंतिम संस्कार तो बाद उहदी ये मत्थे वाली जिहड़ी हड्डी है बिल्कुल साफ बच जाती है। और कईयां ने उन्होंने वेख्या भी चंगी तरह धो के, किते किते उन्होंने मिलिया कि उहदे उत्ते कुछ इस तरह दीयां लीकां लिखियां होईयां ने उस हड्डी दे उत्ते, उस मस्तक दे कुछ ना कुछ उत्थे लिखिया। वो भाषा किहड़ी है तो रब दा काम है, जां गुरु जाणदा जां परमात्मा किहड़ी भाषा है। एक गल पक्की है भी एक भाषा ऐसी है जिहदे विचों सारियां भाषावां निकलियां ने। तुसीं वेखो गुरु नानक देव सच्चे पातशाह जी किन्ने लोकां कोल गए, किन्ने देशां विच गए, किन्ने इलाकिਆਂ विच गए, सारियां नाल गल किवें कर लई, तरीका किहड़ा सी। इन्नी तरह दे तुसीं वेखो पंजाब किन्ना कुछ छोटा जिहा है, इहदे एक सिरे तो तुरो ते 4-5 घंटिਆਂ ਵਿੱਚ ਤੁਸੀਂ ਸਾਰੇ ਪੰਜਾਬ ਨੂੰ ਪਾਰ ਕਰ ਜਾਂਦੇ ਹੋ। ਇਹਦੇ ਵਿੱਚ ਜੇ ਉਸ ਸਾਈਡ ਦਾ ਬੰਦਾ ਦੂਸਰੀ ਸਾਈਡ ਤੇ ਚਲਾ ਜਾਏ ਤੇ ਅੱਧੇ ਅਕਸ਼ਰਾਂ ਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਕਹਿੰਦੇ ਨੇ, ਭਾਸ਼ਾ ਸਮਝ ਵਿੱਚ ਨਹੀਂ ਆਉਂਦੀ। पर जदों गुरु नानक साहब सच्चे पातशाह जी वाल वेखने आ, कदी मक्के मदीने विच बैठे ने, उत्थों दे लोकां नाल वार्ता कर रहे हैं, भावें वो अरबी जानते सन, पर अरबी दे भी कई रूप सन, फारसी दे भी कई रूप सन। कदी वो इधर बड़ी दूर तमिलनाडु, श्रीलंका, असाम, गुवाहाटी, जगन्नाथपुरी कई पासियां वल गए, सुमेर पर्बत ते गए, किसे थां ते जिथे गए उथों दे लोकां नाल किवें गल कीती, किहड़ा तरीका सी। ये नहीं कि उन्होंने पहलां बैठ के भाषा सीखी होवे सारी दुनिया दी, नहीं तो 50 साल लग जांदे ये सीखण लग्गियां। इउं लगदा उन्होंने कोई ऐसी भाषा सीख लई सी जिहदे नाल सारियां भाषावां पढ़ियां जा सकदियां ने, जिहदे नाल केवल आदमियां दी भाषा नहीं पशुआं ते पंछियां दी भाषा भी पढ़ी जा सकती है। तुसीं आसा दी वार हर रोज़ इहदा कीर्तन भी हुंदा, सुनदे भी, उहदे विच एक बचन आएगा, ध्यान नाल आप जी ने पढ़ना और सुनना। उहदे विच हजूर ने सारे जगत दा नक्शा खिच दिता। वो कहंदे ने मुसलमाना सिफत शरीयत पढ़ पढ़ करें विचार, बंदे से जे पवें विच बंदी वेखण को दीदार, हिंदू सालाही सालाहन दर्शन रूप अपार, तीर्थ नावें अर्चा पूजा अगर वास बहकार। मुसलमान किवें उहनूं जपदे ने भी दसिया, हिंदू किवें जपदे ये भी। फिर कहंदे जोगी सुन ध्यान जेते अलख नाम करतार, सूक्ष्म मूर्त नाम निरंजन काया का आकार। इत्थे जोगियां दा वर्णन किया। सतियां मन संतोख उपजै देने कै विचार, दे दे मंगै सहसा गुणा शोभ करे संसार। इत्थे सतियां दी गल कीती।
ਚੋਰਾਂ ਜਾਰਾਂ ਤੈ ਕੂੜਿਆਰਾਂ ਖਾਰਾਬਾਂ ਬੇਕਾਰ। ਇੱਕ ਹੁੰਦਾ ਖਾਏ ਚੱਲੇ ਐ ਥਾਉ ਤਿਨਾ ਪਿਕਾਈ ਕਾਰ। ਜਲ ਥਲ ਪੁਰੀਆਂ ਲੋਮਾਂ ਆਕਾਰਾਂ ਆਕਾਰ। ਓਏ ਜੇ ਆਖੈਂ ਸੋ ਤੂੰ ਹੈ ਜਾਣੈ। ਇਹ ਪੰਕਤੀ ਵੱਲ ਧਿਆਨ ਦੇਣਾ ਜਦੋਂ ਆਸਾ ਦੀ ਵਾਰ ਵਿੱਚ ਹੈ। ਜਲ ਥਲ ਜੀਆਂ ਪੁਰੀਆਂ ਲੋਵਾਂ। ਜਲ ਦਾ ਅਰਥ ਹੈ ਪਾਣੀ ਵਿੱਚ, ਥਲ ਦਾ ਅਰਥ ਹੈ ਧਰਤੀ ਤੇ। ਗੁਰੂ ਸਾਹਿਬ ਕਹਿੰਦੇ ਨੇ ਜਲ ਵਿੱਚ 42 ਲੱਖ ਨੇ, ਧਰਤੀ ਤੇ 42 ਲੱਖ। ਇੰਨੇ ਜੀਵ ਸਾਰਿਆਂ ਦੀ ਇੱਕ ਇੱਕ ਭਾਸ਼ਾ ਹੈ। ਉਹ ਇੱਕ ਇੱਕ ਭਾਸ਼ਾ ਬੋਲਦੇ। ਜ਼ਰੂਰੀ ਨਹੀਂ ਕਿ ਬੰਦਾ ਹੀ ਭਾਸ਼ਾ ਬੋਲਦਾ, ਪਸ਼ੂਆਂ ਦੀ ਵੀ ਇੱਕ ਭਾਸ਼ਾ ਹੈ, ਪੰਛੀਆਂ ਦੀ ਵੀ ਇੱਕ ਭਾਸ਼ਾ ਹੈ। ਜਲ ਥਲ ਪੁਰੀਆਂ ਜੀਆਂ ਲੋਵਾਂ ਆਕਾਰਾਂ ਆਕਾਰ। ਓਏ ਜੇ ਆਖੈਂ ਉਹ ਜੋ ਕੁਝ ਕਹਿੰਦੇ ਨੇ, ਉਹ ਜਿਹੜੀ ਭਾਸ਼ਾ ਬੋਲਦੇ ਨੇ ਉਹ ਜੀਵ, ਉਹਦੇ ਵਿੱਚ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਆ ਜਾਂਦੇ। ਓਏ ਜੇ ਆਖੈਂ ਸੋ ਤੂੰ ਹੈ ਜਾਣੈ। ਹੇ ਅਕਾਲ ਪੁਰਖ ਵਾਹਿਗੁਰੂ, ਉਹ ਜਿਹੜੀ ਜਿਹੜੀ ਭਾਸ਼ਾ ਵਿੱਚ ਤੇਰੇ ਨਾਲ ਗੱਲ ਕਰਦੇ ਨੇ ਉਹਨਾਂ ਸਾਰਿਆਂ ਦੀ ਭਾਸ਼ਾ ਤੂੰ ਸਮਝ ਲੈਣਾ। ਤਾਂ ਇਹ ਗੱਲ ਸਾਫ਼ ਹੋ ਗਈ। ਅਕਾਲ ਪੁਰਖ ਜੇ ਸਾਰਿਆਂ ਜੀਵਾਂ ਦੀ ਭਾਸ਼ਾ ਸਮਝ ਲੈਂਦਾ ਹੈ ਤੇ ਗੁਰੂ ਵਿੱਚ ਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀਂ। ਇਸ ਕਰਕੇ ਗੁਰੂ ਨੂੰ ਭਾਸ਼ਾ ਪੜ੍ਹਨ ਦੀ ਲੋੜ ਨਹੀਂ ਪਈ। ਉਹਨੇ ਤਾਂ ਅੰਦਰੋਂ ਹੀ ਵੇਖ ਲਿਆ ਬੰਦਾ ਕਹਿਣਾ ਕੀ ਚਾਹੁੰਦਾ ਹੈ। ਬਾਹਰਲੇ ਸ਼ਬਦਾਂ ਦੀ ਉਹਨੂੰ ਲੋੜ ਨਹੀਂ। ਆਪਾਂ ਪੜ੍ਹਦੇ ਹਾਂ ਕਿ ਬਿਨ ਬੋਲਿਆਂ ਸਭ ਕੁਛ ਜਾਣਦਾ। ਇਹ ਨਹੀਂ ਤੈਨੂੰ ਪੁੱਛਣ ਦੀ ਲੋੜ ਵੀ ਤੂੰ ਸਾਡੀ ਭਾਸ਼ਾ ਜਾਣਦਾ ਕਿ ਨਹੀਂ। ਬਸ ਅੰਦਰ ਇੱਕ ਭਾਵ ਉੱਠਿਆ ਤੇ ਰੱਬ ਨੇ ਉਸੇ ਵੇਲੇ ਪੜ੍ਹ ਲਿਆ। ਉਹ ਸ਼ਬਦ ਕੋਈ ਵੀ ਹੋਣ, ਉਹਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ। ਉਹ ਬਾਹਰਲੇ ਸ਼ਬਦਾਂ ਨੂੰ ਫੜਦੇ ਨੇ, ਉਹ ਤਾਂ ਹਵਾ ਵਿੱਚ ਉੱਡ ਜਾਂਦੇ। ਉਹ ਕਹਿੰਦੇ ਦੱਸੋ ਅੰਦਰੋਂ ਕੀ ਹੈ। ਓਏ ਜੇ ਆਖੈਂ ਸੋ ਤੂੰ ਹੈ ਜਾਣੈ। ਏਡਾ ਵੱਡਾ ਅੰਤਰਜਾਮੀ ਕਿ ਬੰਦਾ ਕਿਤੇ ਵੀ ਕੁਝ ਸੋਚਦਾ ਹੈ, ਉਹ ਖਿਆਲ ਪਹਿਲਾਂ ਰੱਬ ਕੋਲੋਂ ਹੋ ਕੇ ਆਉਂਦਾ। ਓਏ ਜੇ ਆਖੈਂ ਸੋ ਤੂੰ ਹੈ ਜਾਣੈ। ਫਿਰ ਇੱਕ ਹੋਰ ਬਚਨ ਕਿਹਾ, ਹਜ਼ੂਰ ਕਹਿੰਦੇ ਤਿੰਨਾਂ ਵੀ ਤੇਰੀ ਸਾਰ। ਉਹਨਾਂ ਨੂੰ ਵੀ ਪਤਾ ਹੈ ਵੀ ਕੋਈ ਰੱਬ ਹੈ ਸਾਡਾ। ਸਾਰਿਆਂ ਦਾ ਆਪਣਾ ਆਪਣਾ ਪਰਮਾਤਮਾ ਹੈ, ਕੋਈ ਵੀ ਉਹਦੇ ਤੋਂ ਖਾਲੀ ਹੈ ਨਹੀਂ। ਤਾਂ ਬੇਨਤੀ ਕਰ ਰਿਹਾ ਸੀ, ਜਦੋਂ ਜਦੋਂ ਕਿਸੇ ਜੀਵ ਨੂੰ ਬਣਾਇਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਸਭਨਾ ਲਿਖਿਆ ਬੁੜੀ ਕਲਾਮ। ਇੱਕ ਕਲਮ ਚੱਲੀ ਤੇ ਬੰਦੇ ਦੇ ਅੰਤਿਸ਼ਕਰਨ ਵਿੱਚ ਅਦ੍ਰਿਸ਼ਟ ਤੌਰ ਤੇ ਇਹ ਲੇਖ ਲਿਖ ਦਿੱਤੇ ਗਏ ਵੀ ਇਹਨੇ ਅੱਗੋਂ ਕਿਵੇਂ ਦਾ ਇਹਦਾ ਸੁਭਾਅ ਬਣੇਗਾ, ਇਹ ਕਿਹੜੀ ਥਾਂ ਤੇ ਜਨਮ ਲਵੇਗਾ, ਕਿੰਨੇ ਸਾਲ ਇਹਨੇ ਜਿਉਣਾ। ਗਿਣ ਕੇ ਸਵਾਸ ਪਾ ਦਿੱਤੇ, ਗਿਣ ਕੇ ਦਿਨ ਦੱਸ ਦਿੱਤੇ, ਗਿਣ ਕੇ ਦਾਣੇ ਪਾ ਦਿੱਤੇ ਵੀ ਇੱਥੇ ਇੱਥੇ ਇਹਨੇ ਖਾਣਾ ਪੀਣਾ ਹੈ। ਸਭ ਕੁਝ ਪਾ ਦਿੱਤਾ। ਹੁਣ ਗੁਰੂ ਸਾਹਿਬ ਕਹਿੰਦੇ ਇਹ ਲੇਖਾ ਲਿਖ ਜਾਣਾ ਕੋਏ। ਹੁਣ ਇਸ ਲੇਖੇ ਨੂੰ ਜਿਹੜਾ ਸਾਡੇ ਅੰਦਰ ਵਾਹਿਗੁਰੂ ਨੇ ਲਿਖ ਦਿੱਤਾ ਹੈ, ਅੰਦਰਲੀ ਭਾਸ਼ਾ ਨੂੰ ਅਸੀਂ ਪੜ੍ਹਨਾ ਹੈ, ਉਹ ਬੰਦਾ ਹੀ ਸੰਪੂਰਨ ਹੈ ਜਿਹਨੇ ਉਸ ਲੇਖੇ ਨੂੰ ਅੰਦਰੋਂ ਲੱਭ ਲੈਣਾ ਹੈ ਵੀ ਕਿੱਥੇ ਕਰਕੇ ਲਿਖਿਆ ਹੋਇਆ ਹੈ। ਤਰੀਕਾ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਆਹ ਭਾਸ਼ਾ ਸਿੱਖਣ ਵਾਸਤੇ ਵੀ 2, 4, 10 ਸਾਲ ਲੱਗਦੇ ਨੇ ਬੱਚੇ ਨੂੰ, ਤਾਂ ਕਿਸੇ ਭਾਸ਼ਾ ਦੀ ਸਮਝ ਆਉਂਦੀ। ਪਰ ਉਸ ਭਾਸ਼ਾ ਦੀ ਸਮਝ ਸਿਰਫ ਭਗਤਾਂ ਨੂੰ ਆਈ ਵੀ ਸਾਡੇ ਅੰਦਰ ਕੀ ਲਿਖਿਆ ਹੋਇਆ। ਫਿਰ ਜਿਨ੍ਹਾਂ ਨੂੰ ਆਪਣਾ ਅੰਦਰ ਪੜ੍ਹਨਾ ਆ ਗਿਆ, ਉਹਨਾਂ ਨੂੰ ਦੂਜਿਆਂ ਦਾ ਅੰਦਰ ਵੀ ਪੜ੍ਹਨਾ ਆ ਗਿਆ। ਤੁਸੀਂ ਕਈ ਘਟਨਾਵਾਂ ਆਪਣੇ ਜੀਵਨ ਵਿੱਚ ਵੇਖੋਗੇ ਕਿ ਗੁਰੂ ਸਾਹਿਬ ਨੇ ਕਈਆਂ ਨੂੰ ਕਿਹਾ, ਗੁਰਮੁਖ ਪਿਆਰਿਆਂ ਨੇ ਕਈਆਂ ਨੂੰ ਕਿਹਾ ਤੇਰੇ ਭਾਗਾਂ ਵਿੱਚ ਇਸ ਤਰ੍ਹਾਂ ਹੈ, ਕਿਵੇਂ ਪੜ੍ਹਿਆ ਹੋਵੇਗਾ। ਤਾਂ ਉਹਨੂੰ ਹਰ ਇੱਕ ਬੰਦਾ ਪੜ੍ਹ ਸਕਦਾ ਆਪ। ਉਸੇ ਨੂੰ ਗਿਆਨੀ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗਿਆਨੀ ਦੇ ਅਰਥ ਗਿਆਨਵਾਨ ਪੁਰਸ਼, ਗਿਆਨੀ ਦੇ ਅਰਥ ਜਾਣਕਾਰ ਵਿਅਕਤੀ। ਵੈਸੇ ਇਹ ਜਿਹੜਾ ਸ਼ਬਦ ਹੈ ਗਿਆਨੀ ਅਸੀਂ ਜੋੜ ਦਿੱਤਾ ਸਿਰਫ ਗੁਰਦੁਆਰੇ ਵਿੱਚ ਪਾਠ ਕਰਨ ਵਾਲੇ ਦੇ ਨਾਲ। ਗਿਆਨੀ ਦਾ ਅਰਥ ਹੈ ਜਾਣਕਾਰ। ਉਹ ਕਿਸੇ ਵੀ ਚੀਜ਼ ਦਾ ਗਿਆਨੀ ਹੋ ਸਕਦਾ। ਮੈਡੀਕਲ ਦਾ ਗਿਆਨੀ ਹੈ, ਗਿਆਨੀ ਦੇ ਅਰਥ ਕਰਾਂਗੇ ਡਾਕਟਰ ਹੈ। ਜੇ ਹੋਰ ਡੂੰਘੇ ਵਿੱਚ ਜਾਓ ਨਾ, ਵੈਸੇ ਕਈ ਸ਼ਬਦ ਬੜੇ ਭੰਡੇ ਜਾਂਦੇ ਨੇ। ਜਿਵੇਂ ਮਸੰਦ ਸ਼ਬਦ ਭੰਡਿਆ ਗਿਆ ਵੀ ਮਸੰਦ ਦਾ ਨਾਮ
ਕੋਈ ਬੰਦਾ ਬੜਾ ਭ੍ਰਿਸ਼ਟ ਜਿਹਾ ਹੋਵੇ, ਅਸੀਂ ਅੱਜ ਕੱਲ੍ਹ ਉਹਨੂੰ ਕਹਿੰਦੇ ਆ ਤੇ ਮਸੰਦ ਹੋ ਗਿਆ ਹੈ। ਮਸੰਦ ਬੜਾ ਵੱਡਾ ਸ਼ਬਦ ਹੈ। ਮਸੰਦ ਦਾ ਅਰਥ ਹੈ ਅੱਗੇ ਤੁਰਨ ਵਾਲਾ ਵਿਅਕਤੀ, ਸਮਝਦਾਰ ਵਿਅਕਤੀ। ਤਾਂ ਗਿਆਨੀ ਦੇ ਅਰਥ ਨੇ ਜਾਣਕਾਰ। ਗੁਰੂ ਸਾਹਿਬ ਨੇ ਕਿਹਾ ਗਿਆਨੀ ਕੌਣ ਹੈ? ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਜਿਹਨੇ ਆਪਣੇ ਅੰਦਰੋਂ ਆਪਣੇ ਆਪ ਨੂੰ ਵੇਖ ਕੇ ਆਪਣੇ ਜੀਵਨ ਦੇ ਲੇਖ ਪੜ੍ਹ ਲੈਣੇ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ, ਆਪਣੇ ਆਪ ਨੂੰ ਪਛਾਣ ਲਵੇ, ਵੇਖ ਲਵੇ। ਆਪ ਪਛਾਣੈ ਬੂਝੈ ਸੋਏ। ਇਸ ਤਰ੍ਹਾਂ ਦਾ ਗਿਆਨਵਾਨ ਵਿਅਕਤੀ ਆਪਣੇ ਜੀਵਨ ਵਿੱਚ ਲਿਖੀ ਹੋਈ ਪਰਮਾਤਮਾ ਦੀ ਬੁੜੀ ਕਲਾਮ ਨੂੰ ਕੁਝ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ, ਔਰ ਉਹਨਾਂ ਲੇਖਾਂ ਨੂੰ ਪੜ੍ਹ ਕੇ ਫਿਰ ਜਦੋਂ ਬੰਦਾ ਬਾਹਰ ਬੋਲਦਾ ਜਾਂ ਲਿਖਦਾ, ਉਹ ਲੇਖ ਬਿਲਕੁਲ ਠੀਕ ਹੁੰਦੇ ਨੇ, ਉਹਦੇ ਵੱਲੋਂ ਵੇਖ ਕੇ ਲਿਖੇ ਜਾਂਦੇ ਨੇ ਜ਼ਿੰਦਗੀ ਵਿੱਚ। ਤਾਂ ਸਤਿਗੁਰੂ ਨੇ ਤਰੀਕਾ ਦੱਸਿਆ ਵੀ ਆਪਣੇ ਅੰਦਰ ਦੇ ਲੇਖਾਂ ਨੂੰ, ਆਪਣੇ ਅੰਦਰ ਦੀ ਭਾਸ਼ਾ ਨੂੰ ਕਿਵੇਂ ਪੜ੍ਹਨਾ, ਉਹਦੇ ਵਿੱਚ ਕੀ ਲਿਖਿਆ ਹੋਇਆ। ਆਦਮੀ ਨੂੰ ਜਦੋਂ ਬਣਾਇਆ ਉਹਦੇ ਵਿੱਚ ਕੀ ਲਿਖਿਆ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਤੇਰੇ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਲਿਖਿਆ ਸੀ, ਆਪਣਾ ਨਾਮ ਵਿੱਚ ਪਾਇਆ ਸੀ, ਸਾਰਿਆਂ ਵਿੱਚ ਲਿਖਿਆ ਜਦੋਂ ਬਣਾਇਆ ਸੀ। ਕਿਉਂਕਿ ਲੇਖਾਂ ਤੋਂ ਬਿਨਾਂ ਤੇ ਜਨਮ ਹੀ ਕੋਈ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਉਂਦਾ ਹੈ ਕਿ ਜਿੰਨਾ ਚਿਰ ਬੰਦੇ ਦੇ ਅੰਦਰ ਤਮੰਨਾ ਨਹੀਂ ਬਣਦੀ, ਇੱਛਾ ਨਹੀਂ ਬਣਦੀ, ਵਾਸ਼ਨਾ ਨਹੀਂ ਬਣਦੀ, ਉਹਨਾਂ ਚਿਰ ਤੇ ਜਨਮ ਹੀ ਨਹੀਂ ਹੋ ਸਕਦਾ। ਭਾਵੇਂ ਕੋਈ ਪੈਗੰਬਰ ਵੀ ਕਿਉਂ ਨਾ ਹੋਵੇ, ਭਾਵੇਂ ਕੋਈ ਗੁਰੂ ਵੀ ਕਿਉਂ ਨਾ ਹੋਵੇ, ਤਮੰਨਾ ਤੇ ਚਾਹੀਦੀ ਹੈ, ਸਰੀਰ ਤਾਂ ਮਿਲੇਗਾ। ਕੋਈ ਨਾ ਕੋਈ ਖਵਾਇਸ਼ ਚਾਹੀਦੀ ਹੈ, ਖਵਾਇਸ਼ ਤੋਂ ਬਿਨਾਂ ਜਨਮ ਨਹੀਂ ਹੁੰਦਾ। ਤਾਂ ਉਹ ਜਿਹੜਾ ਲੇਖ ਲਿਖਿਆ ਪਹਿਲਾਂ ਰੱਬ ਨੇ, ਪਹਿਲਾਂ, ਹੁਣ ਤੇ ਅਸੀਂ ਆਪਣੇ ਜਿਹੜੇ ਕਾਲੇ ਕਰਮ ਲਿਖੇ ਨੇ ਉਹਦੇ ਕਰਕੇ ਤਾਂ ਕਈ ਜਨਮ ਮਿਲਣਗੇ ਨਾ, ਜਿਹੜੇ ਅਸੀਂ ਲਿਖੇ ਆਪਣੇ ਹੱਥਾਂ ਨਾਲ, ਆਪਣੀ ਮਰਜ਼ੀ ਨਾਲ ਲਿਖ ਦਿੱਤੇ, ਉਹਦੇ ਨਾਲ ਤੇ ਹੋਰ ਜਨਮ ਅੱਗੇ ਦੇ ਅੱਗੇ ਕਈ ਮਿਲ ਸਕਦੇ। ਪਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਪੁੱਛਤ ਜਿਉ ਕਹਿ ਪਾਇਆ, ਕਿ ਮੈਂ ਪਹਿਲਾ ਜਨਮ ਕਿਵੇਂ ਲਿਆ। ਕਬੀਰ ਜੀ ਦਾ ਸ਼ਬਦ ਹੈ, ਜਦੋਂ ਮੇਰੀ ਕੋਈ ਵਾਸ਼ਨਾ ਹੀ ਨਹੀਂ ਸੀ, ਸਰੀਰ ਪਹਿਲਾਂ ਹੈ ਹੀ ਨਹੀਂ ਸੀ, ਉਦੋਂ ਕਿਵੇਂ ਮਿਲਿਆ ਇਹ ਸਰੀਰ। ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਬੰਦੇ ਦੇ ਮਸਤਕ ਦੇ ਉੱਤੇ ਆਪਣੇ ਪ੍ਰੇਮ ਦਾ ਸ਼ਬਦ ਲਿਖਿਆ ਕਿ ਤੂੰ ਜਨਮ ਲੈਣਾ ਔਰ ਮੈਨੂੰ ਪ੍ਰੇਮ ਕਰਨਾ ਹੈ। ਬਸ ਇਹ ਲੇਖ ਸਭ ਤੋਂ ਪਹਿਲਾਂ ਹੈ। ਸਾਰਿਆਂ ਜੀਵਾਂ ਵਿੱਚ ਇਹ ਲੇਖ ਲਿਖ ਕੇ ਪਹਿਲਾ ਜਨਮ ਦਿੱਤਾ ਰੱਬ ਨੇ। ਨਾਮ ਲਿਖਿਆ ਤੇ ਜਨਮ ਦੇ ਦਿੱਤਾ। ਪਰ ਜਿਉਂ ਹੀ, ਇਸ ਲਈ ਜਿੰਨਾ ਚਿਰ ਜਨਮ ਨਹੀਂ ਹੁੰਦਾ ਉਹਨਾਂ ਚਿਰ ਬੰਦਾ ਨਾਮ ਨਾਲ ਜੁੜਿਆ ਰਹਿੰਦਾ ਹੈ। ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਨੇ, ਹਜ਼ੂਰ ਕਹਿੰਦੇ ਨੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ। ਹੁਣ ਮਾਇਆ ਦੁਆਰਾ ਜਨਮ ਮਿਲਿਆ, ਕਿਉਂਕਿ ਮਾਇਆ ਤੋਂ ਬਿਨਾਂ ਜਨਮ ਨਹੀਂ ਹੁੰਦਾ, ਵਾਸ਼ਨਾ ਤੋਂ ਬਿਨਾਂ ਸਰੀਰ ਹੀ ਨਹੀਂ ਬਣਦਾ। ਸੰਸਾਰ ਦੇ ਅੰਦਰ ਜੇ ਵਾਸ਼ਨਾ ਹੀ ਨਾ ਹੁੰਦੀ ਤੇ ਸਰੀਰ ਹੀ ਨਹੀਂ ਸਨ ਬਣਨੇ, ਪੈਦਾ ਨਹੀਂ ਸੀ ਹੋਣੇ। ਇਸ ਕਰਕੇ ਮਾਇਆ ਰੱਬ ਨੂੰ ਮਜਬੂਰਨ ਪੈਦਾ ਕਰਨੀ ਪਈ, ਉਹਦੇ ਤੋਂ ਬਿਨਾਂ ਸੰਸਾਰ ਦਾ ਵਿਕਾਸ ਨਹੀਂ ਹੁੰਦਾ। ਪਰ ਹੋਇਆ ਕਿ ਜਿਸ ਚੀਜ਼ ਦੇ ਨਾਲ ਸੰਸਾਰ ਨੂੰ ਬਣਾਇਆ ਸੀ, ਬੰਦਾ ਜਨਮ ਲੈਂਦਿਆਂ ਸਾਰ ਉਹਦੇ ਨਾਲ ਹੀ ਚੰਬੜ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੁਬਿਧਾ ਜਾਗ ਮਨ ਵਿੱਚ, ਉਸ ਲੇਖ ਨੂੰ ਭੁੱਲ ਗਏ ਜਿਹੜੇ ਅੰਦਰ ਲਿਖ ਕੇ ਘੱਲੇ ਸੀ। ਇਹ ਸੱਚਾਈ ਹੈ, ਤਜਰਬੇਕਾਰਾਂ ਦਾ ਤਜਰਬਾ। ਉਹ ਕਹਿੰਦੇ ਨੇ ਆਦਮੀ ਜਨਮ ਤੋਂ ਪਹਿਲਾਂ ਬੜੀ ਵਾਰੀ ਰੱਬ ਅੱਗੇ ਅਰਦਾਸ ਕਰਦਾ, ਇੱਕ ਵਾਰੀ ਮੈਨੂੰ ਜਨਮ ਦਿਓ, ਮੈਂ ਤੁਹਾਨੂੰ ਯਾਦ ਰੱਖਾਂਗਾ। ਇਹ ਗੁਰਬਾਣੀ ਦੇ ਵਿੱਚ ਵੀ ਸ਼ਬਦ ਆਏ ਨੇ। ਔਰ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਹੰਢਾਇਆ ਉਹਨਾਂ ਦਾ ਵੀ ਤਜਰਬਾ ਹੈ ਕਿ ਬਹੁਤੇ ਲੋਕਾਂ ਦਾ ਜਨਮ ਰੱਬ ਨਾਲ ਐਗਰੀਮੈਂਟ ਕਰਕੇ, ਇਹ ਲਿਖਤ ਕਰਕੇ ਹੁੰਦਾ ਹੈ ਕਿ ਜਨਮ ਲੈਣ ਤੋਂ ਬਾਅਦ ਮੈਂ ਤੇਰੀ ਯਾਦ ਵਿੱਚ ਜੀਵਾਂਗਾ। ਪਰ ਜਨਮ ਲੈਂਦਿਆਂ ਸਾਰ ਭੁੱਲ ਗਿਆ। ਹੁਣ ਉਹਨਾਂ ਲੇਖਾਂ ਨੂੰ ਮਿਟਾਉਣਾ ਤੇ ਨਵੇਂ ਲੇਖ ਲਿਖਣੇ ਕਿਵੇਂ, ਜਿਹਨੂੰ ਕਿਸਮਤ ਕਹਿੰਦੇ।
गुरु नानक देव सच्चे पातशाह जी ने बचन किया, कहन लगे जे तू अंदरले लेखां नूं पढ़ना है, मेरे विच की लिखे हुए ने। आम तौर ते आदमी इस संबंध दे विच बड़े दुविधा दे विच पिया होया, पता नहीं मेरी किस्मत किवें दी है। ज्योतिषियां नूं दिखाउंदा फिरदा है, कई चक्रां विच पिया फिरदा है, आउण वाले समय विच की होना है, किवें चलेगा। कई तरह दे जीवन दे विच उपराले करदा भी पता नहीं किस्मत किवें दी है। इस करके गुरु साहब ने एक इस तरह का मनुख बनाउण दा यतन कीता है जिहड़ा किस्मत नालों रब ते ज़्यादा विश्वास करदा है, जिन्हों खालसा कहा है। उन्हों नगां ते इन्ना विश्वास नहीं कि मेरे हत्थ विच पाई कोई मुंदरी विच जिहड़ा नग पिया है वो किन्ने सौ का मिलिया सी, किन्ने हज़ार का मिलिया, उहदे नाल किस्मत ठीक हो जाएगी। वो किसी धागे ते गुरु ग्रंथ साहिब की बाणी नालों ज़्यादा विश्वास कर लैंदा। सिख है गुरु ग्रंथ साहिब का वैसे, पर किते कच्चापन तो जरूर है ना, किते गुरु ते बेविश्वासी तो जरूर है। जिहड़ा बंदा ये कहदा है भी मेरे गुरु कोल जिंदगी दे सारे समस्यावां दा हल कोई नहीं, उन्होंने बाहर जाना पएगा, तो वह मतलब साफ है उन्होंने गुरु ते विश्वास नहीं है। तो जिहड़ा अकाल दे नाल जुड़िया होया, शब्द नाल ते साध संगत दे सहारे नाल तुरन वाला व्यक्ति है, उन्होंने हत्थां विच पाईयां होईयां मुंदरियां दे नगां ते नहीं विश्वास, गुरु ग्रंथ साहिब ते विश्वास है। वो वड्डा है शब्द। नगां ने संसार थोड़ी बनाया सी, शब्द विचों संसार बनिया। ज्योतिषियां ने धरती थोड़ी बनाई है, रब ने बनाई है, शब्द ने बनाई है। तो वो एक विद्या हो सकती, सानू उहदे नाल झगड़न दी जां विवाद करन दी जरूरत नहीं। किसी बंदे दी खोज है, किसी बंदे दी विद्या है, वो अपनी विद्या नू रखे। पर सानू इन्नी वड्डी विद्या दित्ती धन गुरु ग्रंथ साहिब जी ने, गुरु नानक साहिब ने, 10 पातशाहियां ने, भगतां ने इन्नी वड्डी विद्या दे दित्ती। उस विद्या नू मत्था टेकी जा रहे हैं, उस विद्या दे उत्ते विश्वास कोई नहीं है, उस शब्द ते विश्वास नहीं। अखंड पाठ भी कराया ते दूसरे पासे हर एक वर्त भी रखिया, हर एक वार का भी हिसाब रखिया, हर एक चीज़ वल ध्यान चला गया। समझ लेना अंदरों जीवन हल गया है, अंदर बेविश्वासी पैदा हो गई है। तो सतगुरु ने बचन कीते भी अंदर दे लेख बंदा नहीं पढ़दा, सिर के लेख ना पढ़े ए आना। वो किवें पढ़े जान ते किवें नवें लिखे जान। गुरु नानक साहब ने एक तरीका दसिया, कहन लगे अपनी जिंदगी दे अंदर तू पहला शाही खरीद, फिर तू कलम खरीद, फिर कागज लैके आ, ये सारियां चीज़ां लैके आ तू, ते सारियां चीज़ां नू इकट्ठियां करके फिर कलम कागज स्याही लैके ते उहदे तो बाद लिखारी भी लिया, लिखण वाला आप ना लिखी, गुरु कोलों जाके पुछ भी की लिखना है। ये सारियां चीज़ां इकट्ठियां कर दे। पहला बचन क्या, जाल मोह, श्री राग का शब्द है। मोह नू जाल का अर्थ है साड़ दे मोह नू। इत्थे मोह दे अर्थ ये मोह नहीं जिवें एक माँ का बच्चे नाल मोह है, वो मोह नहीं इत्थे, क्योंकि असीं ये तो एकदम छड्ड देंगे, घूर के वेख देंगे किसी नूं, तेरे नाल सानू मोह नहीं। वो असल विच मोह नहीं छुटदा, वो नफरत हुंदी है। मोह दे अर्थ ने कि संसार की किसी भी चीज़ की पकड़, उन्होंने कहते मोह। मोह का व्यापक रूप की है, बच्चे का मोह होना, पति पत्नी का मोह है, भैन भरा का है, माँ पुत्र का मोह है। ये मोह तो एक मोह का हिस्सा है छोटा जिहा 5-7%, बाकी मोह 95% तो बचिया होया, वो तो उत्थे ही खड़ा है, वो नहीं छुटिया। तो कबीर जी ने बचन कह दिते, कोई साधु मिलिया सी, हुण कबीर जी का तो परिवार भी है सी, लड़का लड़की सी, उन्हां दे घर वाली सी, माँ सी, सारा परिवार। तो जदों कबीर जी की महिमा फैल गई तो एक सन्यासी
ਉੱਥੇ ਮਿਲਣ ਵਾਸਤੇ ਆਇਆ। ਕਹਿਣ ਲੱਗੇ ਤੁਸੀਂ ਤਾਂ ਇੰਨੇ ਲੋਕਾਂ ਵਿੱਚ ਫਸੇ ਹੋ, ਇੰਨੇ ਲੋਕਾਂ ਦੇ ਵਿੱਚ ਤੁਸੀਂ ਆ ਪਰਿਵਾਰ ਪਾਲ ਰਹੇ ਹੋ, ਤੁਸੀਂ ਕਿਵੇਂ ਧਾਰਮਿਕ ਹੋ ਸਕਦੇ ਹੋ? ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਤੂੰ ਛੱਡ ਦਿੱਤਾ ਹੈ ਪਰਿਵਾਰ, ਪਰਿਵਾਰ ਛੱਡਿਆ ਕਿ ਨਹੀਂ? ਅਜੇ ਅੰਦਰੋਂ ਝਾਤੀ ਮਾਰ ਕੇ ਵੇਖ, ਇੱਕ ਹਿੱਸਾ ਛੱਡ ਦਿੱਤਾ 5%। ਇਹ ਠੀਕ ਹੈ, ਪਰਿਵਾਰ ਹੈ ਤਾਂ ਮੋਹ ਹੀ, ਕੋਈ ਸ਼ੱਕ ਨਹੀਂ। ਗੁਰੂ ਸਾਹਿਬ ਨੇ ਬਚਨ ਕੀਤੇ ਨੇ ਬਾਣੀ ਵਿੱਚ ਕਿ ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਜਿਹੜਾ ਘਰ ਹੈ ਨਾ, ਸਚਾਈ ਹੈ ਇਹ, ਬਿਲਕੁਲ ਕੋਈ ਸ਼ੱਕ ਨਹੀਂ। ਜਿਹੜਾ ਗ੍ਰਸਤ ਹੈ, ਜਿਹੜਾ ਘਰ ਹੈ, ਜਿਹੜੇ ਬਾਲ ਬੱਚਿਆਂ ਦਾ ਸਿਸਟਮ ਹੈ, ਘਰ ਘੁੰਮਣ ਵਾਣੀ ਭਾਈ ਦਾ ਮਤਲਬ ਹੈ ਇਹ ਬੰਦਾ ਕੋਹਲੂ ਦੇ ਬੈਲ ਵਾਂਗੂ ਘੁੰਮੀ ਜਾਂਦਾ ਸਾਰੀ ਉਮਰ, ਨਿਬੜਦਾ ਨਹੀਂ ਕੰਮ। ਇਹ ਮਤ ਸੋਚਣਾ ਵੀ ਘਰ ਦਾ ਕੰਮ ਨਿਬੇੜ ਕੇ ਕੋਈ ਬੰਦਾ ਧਰਮ ਕਮਾਏਗਾ, ਨਹੀਂ ਨਿਬੜਦਾ, ਕਿਸੇ ਤੋਂ ਅੱਜ ਤੱਕ ਨਿਬੜਿਆ ਹੈ ਹੀ ਨਹੀਂ। ਘਰ ਘੁੰਮਣ ਵਾਣੀ ਭਾਈ, ਇੱਥੇ ਬੰਦਾ ਘੁੰਮਦਾ ਰਹਿੰਦਾ, ਘੁੰਮਦਾ ਹੀ ਰਹਿੰਦਾ, ਇੱਥੇ ਨਿਬੜਦਾ ਕੁਝ ਨਹੀਂ। ਇਸ ਕਰਕੇ ਇਹ ਗੱਲ ਤਾਂ ਠੀਕ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਗ੍ਰਸਤ ਦਿੱਤਾ, ਘਰ ਪਰਿਵਾਰ ਦਿੱਤੇ ਵੀ ਇਹਦੇ ਵਿੱਚ ਰਹਿ, ਪਰ ਇਹ ਖਿਆਲ ਰੱਖਣਾ ਉਹਦੇ ਵਿੱਚ ਰਹਿਣ ਦੀ ਜਾਂਚ ਵੀ ਦੱਸੀ। ਇਹ ਤੁਕ ਤੇ ਬੜੀ ਪ੍ਰਚਲਿਤ ਹੈ, ਮੇਰੇ ਖਿਆਲ ਵਿੱਚ ਸਾਰੇ ਸਿੱਖਾਂ ਨੂੰ ਯਾਦ ਹੋ ਗਈ ਕਿ ਪ੍ਰਵਾਨ ਗ੍ਰਸਤ ਉਦਾਸ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਇਹ ਤਾਂ ਹੋ ਗਈ ਯਾਦ, ਪਰ ਆਹ ਤੁਕ ਮੈਂ ਕਦੇ ਨਹੀਂ ਸੁਣੀ ਵੀ ਘਰ ਘੁੰਮਣ ਵਾਣੀ ਭਾਈ। ਇਹ ਤਾਂ ਕੋਹਲੂ ਦੇ ਬੈਲ ਵਾਲੀ ਦਸ਼ਾ ਹੈ, ਇੱਥੇ ਨਿਬੜਿਆ ਨਹੀਂ ਕਦੀ ਕਿਸੇ ਤੋਂ ਕੁਝ। ਇਹਨੂੰ ਛੱਡ ਕੇ ਕੁਝ ਕਮਾ, ਘਰ ਦੇ ਵਿੱਚ ਰਹਿ ਕੇ ਇਹ ਨਾ ਤੂੰ ਵਿਚਾਰਧਾਰਾ ਬਣਾਈ ਵੀ ਮੈਂ ਸਾਰਾ ਕੁਝ ਸਮੇਟ ਕੇ ਫਿਰ ਮੈਂ ਗੁਰੂ ਦੀ ਗੱਲ ਸੁਣਾਂਗਾ, ਫਿਰ ਨਹੀਂ ਇਹ ਮੁੱਕੇਗਾ, ਨਹੀਂ ਖਤਮ ਹੋਵੇਗਾ, ਇਹਦਾ ਖਾਤਮਾ ਨਹੀਂ ਹੋ ਸਕਦਾ ਕਦੀ। ਇਹਨੂੰ ਤਾਂ ਕੁਝ ਹੱਦ ਤੱਕ ਕਰਨਾ ਚਾਹੀਦਾ ਹੈ, ਕੁਝ ਹੱਦ ਤੱਕ ਸੀਮਾ ਮਿਥ ਲੈਣੀ ਚਾਹੀਦੀ ਵੀ ਮੈਂ ਇੱਥੋਂ ਤੱਕ ਪਰਿਵਾਰ ਵਾਸਤੇ ਕੰਮ ਕਰਨਾ ਹੈ, ਉਦੋਂ ਬਾਅਦ ਮੈਂ ਆਪਣਾ ਕੰਮ ਜੀਵਨ ਵਾਸਤੇ ਗੁਰੂ ਵਾਸਤੇ ਕਰਨਾ। ਪਰ ਇਹ ਛੱਡ ਕੇ ਕਹਿ ਦੇਣਾ ਵੀ ਸਾਰਾ ਕੁਝ ਛੁੱਟ ਗਿਆ, ਨਹੀਂ। ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਸਿੱਖ ਸਾਖਾ ਬਹੁਤੇ ਕੀਏ, ਕੇਸ਼ੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਬੀਚੈ ਅਟਕਿਓ ਚੀਤ। ਤੁਰੇ ਸੀ ਰੱਬ ਨੂੰ ਮਿਲਣ ਵਾਸਤੇ, ਰਸਤੇ ਵਿੱਚ ਕਿਤੇ ਬੈਠ ਗਏ, ਕਿਸੇ ਰਾਹ ਵਿੱਚ ਚੱਕਰ ਵਿੱਚ ਫਸ ਗਏ। ਇੱਕ ਵਾਸ਼ਨਾ ਛੱਡੀ ਸੀ ਜਿਹੜੀ ਦਿਸਣ ਵਾਲੀ ਸੀ, ਅਣਦਿਸ ਦੀਆਂ ਵਾਸ਼ਨਾ ਨੇ ਘੇਰ ਲਿਆ ਜੀਵਨ। ਇੱਕ ਚੀਜ਼ ਛੱਡੀ ਸੀ, ਹਜ਼ਾਰਾਂ ਚੀਜ਼ਾਂ ਨੇ ਘੇਰ ਲਿਆ, ਵਾਸ਼ਨਾਵਾਂ ਵੱਧ ਗਈਆਂ। ਇਸ ਲਈ ਘਰ ਛੱਡ ਕੇ ਘਰ ਛੁੱਟ ਜਾਏ ਉਸ ਬੰਦੇ ਨੂੰ ਨਮਸਕਾਰ ਹੈ। ਬੰਦਾ ਘਰ ਛੱਡੇ ਤੇ ਛੁੱਟ ਜਾਏ ਘਰ ਉਹਦੇ ਤੋਂ, ਉਹਦੇ ਧਿਆਨ ਵਿੱਚੋਂ ਹੀ ਨਿਕਲ ਜਾਏ, ਉਹਦੇ ਜੀਵਨ ਵਿੱਚੋਂ ਸੰਸਾਰ ਨਸ਼ਟ ਹੋ ਜਾਏ, ਉਹਦੇ ਬੀਜ ਜਿਹੜੇ ਨੇ ਖਤਮ ਹੋ ਜਾਣ ਤਾਂ ਬੜੀ ਚੰਗੀ ਗੱਲ ਹੈ। ਇਸ ਤਰ੍ਹਾਂ ਦਾ ਤੇ ਵਿਅਕਤੀ ਲੱਭਦਾ ਹੀ ਕੋਈ ਨਹੀਂ ਇਸ ਧਰਤੀ ਤੇ, ਬੜੀ ਮੁਸ਼ਕਲ ਨਾਲ ਕੋਈ ਮਿਲਦਾ ਹੈ, ਨਹੀਂ ਤੇ ਸਭ ਇਹ ਤਾਂ ਵੇਸ਼ ਹੈ ਨਾ। ਕੋਈ ਵੀ ਕਰ ਸਕਦਾ, ਕੱਪੜੇ ਖਰੀਦੇ ਜਾ ਸਕਦੇ ਸੰਸਾਰ ਵਿੱਚੋਂ, ਧਰਮ ਨਹੀਂ ਖਰੀਦਿਆ ਜਾ ਸਕਦਾ। ਤਾਂ ਸਤਿਗੁਰੂ ਨੇ ਬਚਨ ਕੀਤੇ, ਮੋਹ ਨੂੰ ਸਾੜਨ ਦੇ ਅਰਥ ਨੇ ਸੰਸਾਰ ਦੀ 1 ਤੋਂ ਲੈ ਕੇ 100 ਤੱਕ ਜਿੰਨੀਆਂ ਵੀ ਵਸਤੂਆਂ ਨੇ, ਉਹਦੇ ਵਿੱਚ ਘਰ ਵੀ ਆਉਂਦਾ, ਪਰਿਵਾਰ ਵੀ ਆਉਂਦਾ, ਧਨ ਵੀ ਆਉਂਦਾ, ਮਕਾਨ ਵੀ ਹੈ, ਅਹੁਦਾ ਵੀ ਹੈ, ਸਰਕਾਰੀ ਅਹੁਦਾ ਵੀ ਹੋ ਸਕਦਾ, ਧਾਰਮਿਕ ਅਹੁਦਾ ਵੀ ਹੋ ਸਕਦਾ, ਹੋਰ ਕਈ ਤਰ੍ਹਾਂ ਦੇ ਰਸ ਨੇ। ਜਦੋਂ ਬੰਦਾ ਇਹਨਾਂ ਸਾਰੀਆਂ ਮਨ ਦੀਆਂ ਭਾਵਨਾਵਾਂ ਨੂੰ ਗੁਰੂ ਕੇ ਸ਼ਬਦ ਦੀ ਅਗਨੀ ਵਿੱਚ ਪਾ ਦਿੰਦਾ ਹੈ ਨਾ, ਸਾੜ ਦਿੰਦਾ ਹੈ, ਤਾਂ ਉਹਦੀ ਇੱਕ ਛੋਟੀ ਜਿਹੀ ਸਵਾਈ ਸ਼ਾਹੀ ਬਣ ਜਾਂਦੀ ਹੈ। ਉਹਨੂੰ ਸ਼ਾਹੀ ਬਣਾਉਣਾ ਹੈ, ਉਹ ਸ਼ਾਹੀ ਬਣੇਗੀ ਤਾਂ ਗੱਲ ਬਣੇਗੀ। ਜਾਲ ਮੋਹ ਪਕੜ ਨੂੰ ਛੱਡ ਦੇ, ਘਸ ਮਸ ਕਰ, ਉਹਨੂੰ ਘਸਾ ਕੇ ਉਹਦੀ ਮਸ ਦੇ ਅਰਥ ਨੇ ਸ਼ਾਹੀ ਬਣਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ, ਆਪਣੀ ਮਤ ਨੂੰ ਕਾਗਜ਼ ਬਣਾ ਜਿਹਦੇ ਉੱਤੇ ਲਿਖਣਾ ਹੈ। ਮਤ ਕਾਗਦ ਕਰ ਸਾਰ, ਭਾਉ ਕਲਮ,
ਭਾਉ ਦੀ ਕਲਮ ਬਣਾ, ਪ੍ਰੇਮ ਦੀ ਕਲਮ ਬਣਾ। ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ। ਭਾਉ ਕਲਮ ਕਰ ਚਿੱਤ ਲਿਖਾਰੀ, ਆਪਣੇ ਚੇਤੇ ਨੂੰ ਲਿਖਾਰੀ ਬਣਾ, ਤੇ ਉਹਦੇ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਿੰਨੀਆਂ ਵੀ ਵਸਤੂਆਂ ਨੇ ਇਹ ਇਕੱਠੀਆਂ ਕਰਨ ਤੋਂ ਬਾਅਦ ਗੁਰੂ ਕੋਲ ਚਲਾ ਜਾ। ਗੁਰ ਪੁੱਛ ਲਿਖ ਵਿਚਾਰ, ਬਾਬਾ ਇਹ ਲੇਖਾ ਲਿਖ ਜਾਣ। ਲਿਖਣਾ ਕੀ ਹੈ? ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਇਹ ਚੀਜ਼ਾਂ ਜਿਹੜੀਆਂ ਜਦੋਂ ਬੰਦਾ ਲਿਖੇਗਾ ਤੇ ਉਹਨੂੰ ਅੰਦਰਲੇ ਲੇਖਾਂ ਦੀ ਪਹਿਚਾਣ ਆਉਣੀ ਸ਼ੁਰੂ ਹੋ ਜਾਏਗੀ। ਰੱਬ ਦਾ ਹੁਕਮ ਕੀ ਹੈ ਸਾਡੇ ਵਾਸਤੇ, ਅੰਦਰਲੇ ਲੇਖਾਂ ਤੱਕ ਚਲਾ ਜਾਏਗਾ। ਇਸ ਕਰਕੇ ਹਜ਼ੂਰ ਨੇ ਅੱਜ ਬਚਨ ਕੀਤੇ ਕਿ ਜੀਵਨ ਲਿਖਿਆ ਹੋਇਆ ਅਕਾਲ ਪੁਰਖ ਵੱਲੋਂ, ਜੀਵਨ ਦੇ ਵਿੱਚ ਲਿਖ ਦਿੱਤਾ ਗਿਆ ਹੈ। ਉਹਨੇ ਬਣਾ ਦਿੱਤਾ ਹੈ ਕਿ ਇਸ ਤਰ੍ਹਾਂ ਤੂੰ ਚੱਲਣਾ ਹੈ। ਸਭ ਤੋਂ ਪਹਿਲਾ ਕੰਮ ਹੈ ਆਦਮੀ ਦਾ ਕਿ ਉਸ ਲਿਖੇ ਹੋਏ ਲੇਖ ਨੂੰ ਪਹਿਲਾਂ ਜਾਣ ਲਵੇ, ਮੈਨੂੰ ਰੱਬ ਚਲਾਉਣਾ ਕਿਵੇਂ ਚਾਹੁੰਦਾ ਹੈ। ਸਭ ਤੋਂ ਪਹਿਲਾਂ ਇਹੀ ਕੰਮ, ਖੋਜ ਹੀ ਇਹ ਵੀ ਸਾਰੇ ਧਰਮ ਦੀ, ਉਹਨਾਂ ਚੀਜ਼ਾਂ ਨੂੰ, ਉਸ ਭਾਣੇ ਨੂੰ, ਉਸ ਹੁਕਮ ਨੂੰ, ਉਸ ਰੱਬ ਦੀ ਮਰਜ਼ੀ ਨੂੰ ਲੱਭਣਾ ਕਿ ਮੈਨੂੰ ਪਰਮਾਤਮਾ ਕਿਵੇਂ ਚਲਾਉਣਾ ਚਾਹੁੰਦਾ ਹੈ। ਕਿਤੇ ਮੈਂ ਉਹਦੇ ਤੋਂ ਉਲਟ ਤੇ ਨਹੀਂ ਜਾ ਰਿਹਾ, ਉਹ ਮੈਨੂੰ ਇੱਧਰ ਲਿਜਾਉਣਾ ਚਾਹੁੰਦਾ ਹੈ, ਮੈਂ ਦੂਸਰੇ ਪਾਸੇ ਖਿੱਚੀ ਜਾ ਰਿਹਾ। ਤਾਂ ਉਹਨੂੰ ਲੱਭਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਤੂੰ ਗੁਰੂ ਦਾ ਹੁਕਮ ਬਾਹਰੋਂ ਮੰਨ, ਬਾਹਰੋਂ ਗੁਰੂ ਕੇ ਹੁਕਮ ਨੂੰ ਜੀਵਨ ਤੇ ਲਾਗੂ ਕਰ ਦੇ, ਗੁਰੂ ਕੇ ਸ਼ਬਦ ਦੀ ਕਮਾਈ ਕਰ, ਸੇਵਾ ਕਰ। ਜਦੋਂ ਤੂੰ ਇਹ ਸਭ ਕੁਝ ਕਰੇਂਗਾ ਤੇ ਤੈਨੂੰ ਇਹ ਪਤਾ ਲੱਗ ਜਾਏਗਾ ਵੀ ਰੱਬ ਮੇਰੇ ਤੋਂ ਕਰਾਉਣਾ ਕੀ ਚਾਹੁੰਦਾ ਹੈ। ਫਿਰ ਉਹਦੇ ਨਾਲ ਜਦੋਂ ਬੰਦਾ ਮਿਲ ਕੇ ਚੱਲੇਗਾ, ਜ਼ਿੰਦਗੀ ਜਿਉਣ ਦਾ ਜੀਵਨ ਵਿੱਚ ਸਵਾਦ ਆ ਜਾਏਗਾ, ਜ਼ਿੰਦਗੀ ਸਫਲ ਹੋ ਜਾਏਗੀ, ਜੀਵਨ ਦਾ ਰਸ ਤੇ ਆਨੰਦ ਮਿਲ ਜਾਏਗਾ। ਇਸ ਕਰਕੇ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੇਰਾ ਜੀਵਨ ਰੱਬ ਨੇ ਲਿਖਿਆ ਹੈ, ਉਹਦੇ ਨਾਲ ਮਿਲ ਕੇ ਤੁਰ, ਆਪ ਨਾ ਖਿੱਚ ਇੱਕ ਪਾਸੇ, ਉਹਦੇ ਨਾਲ ਮਿਲਣ ਦੀ ਜਾਚ ਸਿੱਖ ਲੈ। ਤੇ ਜਿੰਨਾ ਚਿਰ ਅਸੀਂ ਉਹਨੂੰ ਪਹਿਚਾਣਦੇ ਹੀ ਨਹੀਂ, ਉਹ ਪਹਿਚਾਨਿਆ ਜਾਏਗਾ ਨਾਮ ਦੁਆਰਾ। ਫਿਰ ਉਹਨਾਂ ਲੇਖਾਂ ਦੇ ਨਾਲ ਮਿਲ ਕੇ ਜਾਂ ਉਹਨਾਂ ਵਿੱਚ ਕੱਟ ਵੱਢ ਵੀ ਕੀਤੀ ਜਾ ਸਕਦੀ, ਉਹਨਾਂ ਨੂੰ ਬਦਲਿਆ ਵੀ ਜਾ ਸਕਦਾ ਹੈ। ਲੇਖ ਬਦਲੇ ਜਾ ਸਕਦੇ ਨੇ, ਵੱਧ ਵੀ ਜਾਂਦੇ ਨੇ, ਘਟ ਵੀ ਜਾਂਦੇ ਨੇ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਤੇ ਇਹ ਸਵਾਲ ਕੀਤਾ ਕਿ ਸਤਿਗੁਰੂ ਕਿਸਮਤ ਬਦਲੀ ਜਾ ਸਕਦੀ ਬੰਦੇ ਦੀ? ਜੇ ਗਲਤ ਹੈ ਤਾਂ ਠੀਕ ਹੋ ਸਕਦੀ ਹੈ, ਜੇ ਠੀਕ ਹੈ ਤਾਂ ਗਲਤ ਹੋ ਸਕਦੀ ਹੈ। ਸਤਿਗੁਰੂ ਨੇ ਬਚਨ ਕੀਤਾ ਹਾਂ ਬਦਲੀ ਜਾ ਸਕਦੀ ਹੈ। ਕੀ ਇਹ ਲੇਖ ਤਬਦੀਲ ਹੋ ਸਕਦੇ ਨੇ? ਕਹਿਣ ਲੱਗੇ ਜ਼ਰੂਰ ਹੋ ਸਕਦੇ ਨੇ, ਪਰ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ। ਜੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਾਏ ਤਾਂ ਉਹਨਾਂ ਦੇ ਜੀਵਨ ਵਿੱਚ ਇੱਕ ਇਹ ਬੜੀ ਸੁੰਦਰ ਘਟਨਾ ਆਉਂਦੀ ਹੈ ਕਿ ਸਤਿਗੁਰਾਂ ਦੇ ਕੋਲ ਦੋ ਵਿਅਕਤੀ ਆਏ, ਇੱਕ ਸਵਾਲ ਲੈ ਕੇ। ਬੜੀ ਵੱਡੀ ਸਮੱਸਿਆ ਸੀ ਜਿਹੜੀ, ਇੱਕ ਲੰਗੜਾ ਕੇ ਤੁਰ ਰਿਹਾ ਸੀ ਤੇ ਇੱਕ ਠੀਕ ਠਾਕ ਸੀ, ਚੜ੍ਹਦੀ ਕਲਾ ਵਿੱਚ। ਦੋਵੇਂ ਆਏ, ਬੈਠ ਗਏ। ਸਤਿਗੁਰਾਂ ਨੇ ਪੁੱਛਿਆ ਕਿਵੇਂ ਆਏ ਹੋ, ਕੀ ਗੱਲ ਹੈ? ਉਹ ਜਿਹੜਾ ਪੈਰ ਦਬਾ ਕੇ ਆਉਂਦਾ ਸੀ, ਜਿਹਦੇ ਪੈਰ ਵਿੱਚ ਕੰਡਾ ਸੀ, ਉਹਨੇ ਬੇਨਤੀ ਕੀਤੀ ਸਤਿਗੁਰੂ ਮੇਰੇ ਮਨ ਵਿੱਚ ਇੱਕ ਸ਼ੰਕਾ ਜਾਗ ਪਿਆ ਕਿ ਮੈਂ ਹਰ ਰੋਜ਼ ਸਤਸੰਗ ਕਰਨ ਜਾਂਦਾ ਸੀ, ਜਿੱਥੇ ਨਾਮ ਦੀ ਗੱਲ ਹੁੰਦੀ ਸੀ, ਰੱਬ ਦੀ ਗੱਲ ਚੱਲਦੀ ਸੀ, ਜਿੱਥੇ ਪਾਪਾਂ ਨੂੰ ਛੱਡਣ ਦੀ ਗੱਲ ਕੀਤੀ ਜਾ ਰਹੀ ਸੀ। ਇਹ ਸੱਜਣ ਜਿਹੜਾ ਮੇਰੇ ਰਾਹ ਵਿੱਚ ਇਹਦਾ ਘਰ ਪੈਂਦਾ, ਮੈਂ ਇੱਕ ਦਿਨ ਇਹਨੂੰ ਵੀ ਨਾਲ ਕਹਿ ਕੁਹਾ ਕੇ ਨਾਲ ਤੁਰ ਲਿਆ, ਪਰ ਇਹ ਰਸਤੇ ਵਿੱਚੋਂ ਮੁੜ ਗਿਆ ਗਲਤ ਰਸਤੇ ਤੇ ਜਾਣ ਵਾਸਤੇ, ਵੇਸਵਾ ਦੁਆਰੇ ਤੇ ਜਾਣ ਵਾਸਤੇ। ਮੈਂ ਠੀਕ ਰਸਤੇ ਤੇ ਤੁਰਿਆ, ਇਹ ਪਾਪ ਵੀ ਕਰ ਆਇਆ, ਪਰ ਇਹਨੂੰ ਰਸਤੇ ਵਿੱਚੋਂ ਇੱਕ ਮੋਹਰ ਮਿਲ ਗਈ। ਜ਼ਮੀਨ ਦੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਬਰਤਨ ਮਿਲਿਆ ਜਿਹਦੇ ਵਿੱਚ ਇੱਕ ਮੋਹਰ ਸੀ ਸੋਨੇ ਦੀ। ਪਰ ਮੈਂ ਸਤਸੰਗ ਵਿੱਚ ਗਿਆ, ਮੇਰੇ ਪੈਰ ਵਿੱਚ ਕੰਡਾ ਚੁੱਭ ਗਿਆ। ਦੋਵਾਂ ਦਾ ਮੇਲ ਨਹੀਂ ਨਾ ਆਪਸ ਵਿੱਚ ਹੁੰਦਾ। ਇਹ ਬੜੇ ਬੜੇ ਸਵਾਲ ਨੇ ਜ਼ਿੰਦਗੀ ਦੇ, ਇਹਨਾਂ ਦੀ ਸਮਝ ਨਹੀਂ ਆਉਂਦੀ ਮਨੁੱਖ ਨੂੰ।
बड़ा बेअंत पसारा है। क्यों हुंदा है, इहदे की कारण ने? क्योंकि कुदरत जिहड़ी है ना, उन्हें हर एक बंदे दे जीवन दे उत्ते ओला कीता होया है, पड़दा पाया। किसी नूं कोई पता नहीं, जिंदगी दा स्वाद भी तां ही है। जे किसी बंदे नूं अज पता लग जाए ना मेरी जिंदगी पिछे की सी ते अगे की होवेगी, बंदा जानना तां चाहुंदा है। ते जे किसी व्यक्ति नूं पता लग जाए आउण वाले समय दा, तो मरण तो पहले ही मर जाएगा। किन्ना बेअंत है अकाल पुरख वाहिगुरू कि आउण वाले समय की तस्वीर तां उहदे जीवन विच पई हुई है कि कल की होना है, अगले साल की वापरना है, किवें किवें होएगा। पर उन्हें लुको दिता, उन्होंने ढक दिता कि इनू पता ना लगे। जे पता लग गया तो जिहड़े स्वास इन्हें लैने वो भी नहीं लाएगा स्वाद ना, तो उन्हें ढकिया होया। थोड़े जिहे लोग ने जिहड़े इस पर्दे नू चुक लैंदे ने, उन्होंने पता लग जाता भी आउण वाले समय विच किवें वापरेगा, पर उहदे तो पहलां उन्हां दे अंदर ऐसी दशा बना दिंदा रब कि उस चीज़ नू प्रगट नहीं करते। ये रब का नियम है। जे को आखै बोल विगाड़ तां लिखिया सिर गवारां गवार। जो कुछ उन्हें बनाया होया है, जिहड़ा बंदा उहदी कुदरत नू तोड़दा है, भावें किन्ना भी वड्डा होवे, उत्थे उहनूं गवार किया जांदा। मूर्ख है तू, जदों मैं ढकिया सी तू क्यों लाया? जदों मैं इस तरह चलाउणा चाहुंदा सी तैनूं की लोड़ पै गई? इस करके ये गल ठीक है, जिहड़ा उहदे नाल जुड़ गया कर तां कुछ भी सकदा है, पर उहदी समझ भी रब वाली हो जाती है, वो हद्दां तो बाहर नहीं जाता कदे। तां जिंदगी एक इस तरह की है जिहदा सानू कोई पता नहीं, और इहदे विच ही उहदा आनंद है जे पता ना लगे। पर ये दोवें आए, एक ने कहा मैनू एक मोहर लभ गई, मैं नहीं गया गुरुद्वारे सतसंग विच। ये विचारा धार्मिक भी बंदा, ये कुदरती तौर पर वापरदा है। धार्मिक लोगों की व्याख्या ज़्यादा होंदी है भी दुखी किन्ने को ने, तंग किन्ने ने, संसारियां की व्याख्या नहीं। वेखो जिन्ने को शरीर गुरुद्वारे विच आ रहे ने, मुलांकन ही वो करनगे मेरी जिंदगी विच की वापरिया है। गुरुद्वारे जाना कुछ वापर तो नहीं गया, सोच उत्थे खड़ी हुई है, किते दुख तो नहीं आ रहा। इत्थे इस समय भी हज़ारां लोग सुते होणगे शहर दे विच, उन्हां विचों तुहाडे नालों कई बहुते दुखी होणगे, बड़े रो रहे होणगे, पर उन्होंने व्याख्या विच नहीं आउणा, क्योंकि उन्होंने सोचना ही नहीं भी मैं पाप किया तो तां दुख मिलिया। कुदरती अपने आप चल रहा है। दूसरी गल, जदों धार्मिक बंदे नूं कोई सरीरक जां जीवन विच कोई मायक दुख आउंदा है, वो कदी ना कदी उन्हें आप ही चुनिया होंदा, उन्होंने पता नहीं। किसी हिसाब नूं चुकाउण वास्ते, किसी कर्म नूं खत्म करने वास्ते बंदे नूं इस तरह की स्थिति दे विचों लंघना पैंदा है, किसी न किसी तरह के दुख दे विचों। तां वो दोवें आए, एक ने कहा मैं धार्मिक व्यक्ति, मैनू कंडा चुभया, इनू मोहर मिल गई उस भांडे विचों। गुरु साहब सच्चे पातशाह जी ने वो जिन्हों मोहर लभी सी, कहन लगे भांडे विच कली मोहर सी कि होर भी कुछ? कहन लगा होर कालख सी, थोड़ी जी कालख पई हुई सी। कहन लगे सजना एक मोहर नहीं सी तेरी, ये सारा बर्तन ही तेरा मोहरां दा भरिया होया सी, तेरे भागां विच भरिया होया बर्तन सी, पर जिंदगी दे अंदर तू पाप कर करके सारा कुछ स्वाह कर दिता है। इक्को मोहर बची है, वो भी अज सड़ जानी सी, जे इत्थे ना आउंदा ते वो भी खत्म हो जानी सी। हुण इहदे नाल तू अपना वपार वधा लै, इहदे नाल तू अगे होर धनी हो सकदा, होर अमीर हो सकदा। ते आ जिहड़ा कंडे दी शिकायत कर रहा है, ये कमाई करदा रहा है, असल विच अज इहदा सूली दा दिन सी। तां शब्द ने, नाम ने, सत संगत ने उन्होंने घटा दिता, छोटा कर दिता, सहजे सहजे तब्दील कर दिता, फर्क पा दिता। जरूर इस तरह होंदा है, कोई शक नहीं। बदलदा सब कुछ, बदलिया जा सकदा। जे जीवन बदलिया नहीं सी जा सकदा, फिर धर्म हुंदा ही ना दुनिया विच।
ये बदलने वास्ते ही है जीवन नूं। ਜਿਹੜਾ ਉਹ ਵਿਸ਼ਾ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਉਹਦੇ ਅਰਥ ਹੀ ਬੜੇ ਹੋਰ ਨੇ। ਜਿਹੜਾ ਲੇਖ ਕਰਤਾਰ ਨੇ ਲਿਖਿਆ ਹੈ ਉਹ ਨਹੀਂ ਮਿਟ ਸਕਦਾ, ਇਹਦੇ ਇਹ ਅਰਥ ਨੇ ਨਾ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਇੱਥੇ ਕਰਤਾਰ ਲਿਖਿਆ ਕਿ ਆਦਮੀ ਲਿਖਿਆ ਹੈ। ਇਹਦਾ ਮਤਲਬ ਜਿਹੜਾ ਲੇਖ ਰੱਬ ਨੇ ਲਿਖਿਆ ਉਹ ਨਹੀਂ ਮਿਟਦਾ, ਜਿਹੜਾ ਲੇਖ ਬੰਦੇ ਨੇ ਲਿਖਿਆ ਉਹ ਤੇ ਮਿਟ ਸਕਦਾ ਨਾ, ਉਹਦੇ ਬਾਰੇ ਕੁਝ ਨਹੀਂ ਕਿਹਾ ਇੱਥੇ। ਤਾਂ ਜਿਹੜੇ ਪਾਪ ਕਰਮ ਨੇ ਉਹ ਬੰਦੇ ਨੇ ਕੀਤੇ ਨੇ, ਰੱਬ ਨੇ ਨਹੀਂ ਲਿਖੇ, ਉਹ ਪਾਪ ਮਿਟ ਸਕਦੇ ਨੇ। ਪੁੰਨ ਵੀ ਬੰਦੇ ਨੇ ਕੀਤੇ, ਪੁੰਨ ਵੀ ਮਿਟ ਸਕਦੇ ਨੇ। ਪਰ ਕਰਤਾਰ ਦਾ ਲੇਖ ਕਿਹੜਾ ਹੈ? ਕਰਤਾਰ ਦਾ ਲੇਖ ਉਹ ਪਹਿਲਾ ਲੇਖ ਹੈ, ਉਹਦਾ ਨਾਮ। ਬੰਦਾ ਜਿੰਨੇ ਮਰਜ਼ੀ ਪਾਪ ਵਿੱਚ ਡਿੱਗ ਪਏ, ਅੰਦਰੋਂ ਕਰਤਾਰ ਦਾ ਨਾਮ ਨਹੀਂ ਮਿਟਦਾ, ਜਿੰਨਾ ਮਰਜ਼ੀ ਪਾਪੀ ਹੋ ਜਾਏ। ਕੋਈ ਜਿੰਨਾ ਮਰਜ਼ੀ ਗਿਰ ਜਾਏ ਜੀਵਨ ਦੇ ਵਿੱਚ, ਅੰਦਰੋਂ ਨਾਮ ਨਹੀਂ ਮਿਟਦਾ ਉਹਦਿਓ, ਕਿਉਂਕਿ ਰੱਬ ਨੇ ਲਿਖਿਆ ਹੋਇਆ। ਇਸ ਲਈ ਬਾਕੀ ਲੇਖ ਤਾਂ ਮਿਟ ਸਕਦੇ ਨੇ। ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਾਰਿਦਰੰਗ ਮਹਾ ਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਮਿਟ ਸਕਦੇ ਨੇ। ਕਿਆ ਹੈ ਤਾਂ ਫਿਰ ਇਹਦੇ ਵਿਰੋਧ ਵਿੱਚ ਨਹੀਂ ਕਿਹਾ ਕਿਤੇ, ਮਿਟ ਸਕਦੇ ਨੇ ਸਾਰੇ ਪਾਪ ਜਿਹੜੇ ਆਦਮੀ ਨੇ ਕੀਤੇ, ਉਹਦੇ ਲਿਖੇ ਗਏ, ਉਹ ਤਾਂ ਮਿਟ ਸਕਦੇ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਬੰਦੇ ਦੇ ਜੀਵਨ ਵਿੱਚ ਨਾਮ ਲਿਖ ਦਿੱਤਾ ਹੈ ਤੇ ਪ੍ਰੇਮ ਲਿਖ ਦਿੱਤਾ, ਉਹ ਨਹੀਂ ਮਿਟ ਸਕਦਾ, ਉਹ ਕਾਇਮ ਰਹਿੰਦਾ ਹੈ। ਉਹਨੂੰ ਕਿਹਾ ਵੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਨਾ ਪਹਿਲਾਂ ਕਦੀ ਮਿਟਿਆ, ਅੱਜ ਵੀ ਅੰਦਰ ਹੈ, ਪਰ ਅਸੀਂ ਉਹਨੂੰ ਖੁੰਝੇ ਲਾ ਦਿੱਤਾ ਬਿਲਕੁਲ, ਉਹਦੇ ਨਾਮ ਨੂੰ, ਉਹਦੇ ਹੁਕਮ ਨੂੰ। ਜੋ ਕੁਝ ਉਹਨੇ ਕਰਾਉਣਾ ਚਾਹਿਆ ਅਸੀਂ ਉਹਨੂੰ ਲਾ ਦਿੱਤਾ ਸਾਈਡ ਤੇ। ਹੁਣ ਮਨ ਮਰਜ਼ੀ ਆਪਣੀ ਹੈ ਬੰਦੇ ਨੇ, ਤੇ ਸਟੇਜ ਬਣਾ ਕੇ ਨਾ ਸਰੀਰ ਦੀ ਰੱਬ ਨੇ ਆਦਮੀ ਨੂੰ ਦੇ ਦਿੱਤੀ ਸੀ। ਤੂੰ ਹੈ ਇਹਦਾ ਸੈਕਟਰੀ, ਅਨਾਉਂਸਰ ਹੈ। ਕਿਹਨੂੰ ਕਿਹਨੂੰ ਟਾਈਮ ਦੇਣਾ ਦੱਸ? ਤੂੰ ਅਨਾਉਂਸਰ ਹੈ, ਬਾਕੀ ਸਾਰੇ ਬੁਲਾਰੇ ਨੇ ਸਰੀਰ ਰੂਪੀ ਸਟੇਜ ਤੇ। ਦੇ ਇਜਾਜ਼ਤ, ਅੱਖਾਂ ਨੇ ਟਾਈਮ ਮੰਗਿਆ ਉਹਨਾਂ ਨੂੰ ਦੇ, ਕੰਨਾਂ ਨੇ ਟਾਈਮ ਮੰਗਿਆ ਉਹਨਾਂ ਨੂੰ ਦੇ ਕੰਮ ਕਰਨ ਦਾ, ਜ਼ੁਬਾਨ ਨੇ ਟਾਈਮ ਮੰਗਿਆ ਉਹਨਾਂ ਨੂੰ ਟਾਈਮ ਦੇ। ਕਿੰਨਾ ਕਿੰਨਾ ਵੰਡ ਕੇ ਦੇਣਾ ਤੂੰ। ਹੱਥਾਂ ਨੂੰ ਟਾਈਮ ਦੇ, ਆ ਟਾਈਮ ਦਿੰਦੇ ਆ ਤਾਂ ਹੀ ਹੱਥ ਪੈਰ ਤਾਂ ਹੀ ਤੁਰਦੇ ਨਾ। ਅੰਦਰੋਂ ਫੈਸਲਾ ਹੁੰਦਾ ਪਹਿਲਾਂ ਮੈਂ ਤੁਰ ਕੇ ਜਾਣਾ ਹੈ, ਅੰਦਰੋਂ ਫੈਸਲਾ ਹੁੰਦਾ ਮੈਂ ਦੇਖਣਾ ਹੈ, ਤਾਂ ਅੱਖ ਦੇਖਦੀ ਹੈ। ਤਾਂ ਇਹ ਬਣਾਇਆ ਸੀ ਸਟੇਜ ਸੈਕਟਰੀ, ਅਨਾਉਂਸ ਕਰਨ ਵਾਸਤੇ ਆਦਮੀ ਨੂੰ। ਪਰ ਕਦੀ ਕਦੀ ਤੁਸੀਂ ਵੇਖਿਆ ਹੋਵੇਗਾ ਸਟੇਜ ਸੈਕਟਰੀ ਇਸ ਤਰ੍ਹਾਂ ਦੇ ਹੁੰਦੇ ਨੇ, ਬੁਲਾਰਿਆਂ ਨੂੰ ਟਾਈਮ ਹੀ ਨਹੀਂ ਦਿੰਦੇ, ਆਪ ਹੀ ਬੋਲਦੇ ਰਹਿੰਦੇ, ਉਹਨਾਂ ਦਾ ਟਾਈਮ ਵੀ ਖਾ ਜਾਂਦੇ। ਤਾਂ ਉਹਨੇ ਜਿੱਥੇ ਸਰੀਰ ਦੇ ਅੰਗਾਂ ਨੂੰ ਬੰਦੇ ਨੇ ਟਾਈਮ ਦੇਣਾ ਸੀ ਨਾ ਥੋੜ੍ਹਾ ਥੋੜ੍ਹਾ, ਉੱਥੇ ਇੱਕ ਮੇਨ ਬੁਲਾਰਾ ਸੀ ਬਾਹਰੋਂ ਬੁਲਾਇਆ ਹੋਇਆ, ਜਿਹੜਾ ਖਾਸ ਸੀ। ਉਹ ਬੁਲਾਰਾ ਸੀ ਪਰਮਾਤਮਾ। ਤਾਂ ਉਹਨੂੰ ਤੇ ਕਿਸੇ ਖੁੰਝੇ ਲਾ ਕੇ ਪਿੱਛੇ ਲਾ ਦਿੱਤਾ, ਉਹਨੂੰ ਸਟੇਜ ਤੇ ਨਹੀਂ ਆਉਣ ਦਿੱਤਾ ਕਦੇ। ਰੱਬ ਤੇ ਪਿੱਛੇ ਉਡੀਕ ਹੀ ਕਰ ਰਿਹਾ ਇੰਨੇ ਸਾਲਾਂ ਤੋਂ ਵੀ ਮੈਨੂੰ ਵੀ ਕਿਤੇ ਬੋਲਣ ਦੇਗਾ ਕਿ ਨਹੀਂ ਇਹ ਵਿੱਚ, ਪਰ ਇਹਨੇ ਉਹਨੂੰ ਪਿੱਛੇ ਲਾ ਦਿੱਤਾ ਹੈ ਬਿਲਕੁਲ। ਉਹਨੂੰ ਕੋਈ ਵਕਤ ਨਹੀਂ ਦਿੱਤਾ। ਸੰਤ ਉਸੇ ਨੂੰ ਕਹਿੰਦੇ ਨੇ ਜਿਹਨੇ ਆਪਣੇ ਜੀਵਨ ਵਿੱਚ ਪਰਮਾਤਮਾ ਨੂੰ ਬੋਲਣ ਵਾਸਤੇ ਟਾਈਮ ਦੇ ਦਿੱਤਾ ਹੈ। ਆਪ ਚੁੱਪ ਕਰ ਗਿਆ, ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਜਿਹਨੇ ਰੱਬ ਨੂੰ ਟਾਈਮ ਦੇ ਦਿੱਤਾ ਬੋਲਣ ਦਾ, ਤੂੰ ਮੇਰੇ ਰਾਹੀਂ ਬੋਲ, ਮੇਰੇ ਰਾਹੀਂ ਵੇਖ ਸੁਣ, ਭੋਜਨ ਖਾ, ਮੇਰੇ ਰਾਹੀਂ ਸਭ ਕੁਝ ਕਰ ਸਕਦਾ ਉਹ। ਤਾਂ ਇਹ ਇੱਕ ਜੁਗਤ ਦੱਸੀ ਸੀ, ਲੇਖ ਲਿਖਿਆ ਸੀ। ਉਸ ਲੇਖ ਨੂੰ ਅਸੀਂ ਆਸੇ ਪਾਸੇ ਕਰ ਦਿੱਤਾ ਜੋ ਜੀਵਨ ਸੀ। ਇਹ ਨਵਾਂ ਜੀਵਨ ਜਿਹੜਾ ਆਪ ਮਨ ਦੀ ਬਣਾਈ ਦੁਨੀਆ, ਇਸ ਗੰਦਮੰਦ ਨੂੰ ਸਾਹਮਣੇ ਕਰ ਦਿੱਤਾ ਹੈ। ਜੋ ਅਸਲੀਅਤ ਸੀ, ਜੋ ਸ਼ੁੱਧ ਜੀਵਨ ਸੀ, ਉਹਨੂੰ ਪਾਸੇ ਕਰ ਦਿੱਤਾ। ਬਸ ਇਹਨੂੰ ਹਟਾਉਣਾ ਜੋ ਅਸੀਂ ਆਪ ਬਣਾਇਆ, ਇਹਨੂੰ ਤੋੜਨਾ ਹੀ ਧਰਮ ਦੀ ਸਾਧਨਾ ਹੈ। ਤੇ ਅਸਲੀ ਜੀਵਨ ਨੂੰ ਪ੍ਰਗਟ ਹੋਣ ਦੇਣਾ, ਉਸੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਖਾਲਸਾ ਪ੍ਰਗਟਿਓ। ਖਾਲਸਾ ਪ੍ਰਗਟ ਹੋਇਆ ਹੈ, ਪਹਿਲਾਂ ਸੀ ਮੌਜੂਦ, ਪਰ ਵਿਚਾਰੇ ਨੂੰ ਟਾਈਮ ਨਹੀਂ ਸੀ ਮਿਲਦਾ। ਅੰਦਰੋਂ ਜਿਹੜੀ ਸ਼ੁੱਧ ਅਵਸਥਾ ਸੀ ਉਹ ਪ੍ਰਗਟ ਹੋ ਗਈ। ਖਾਲਸ ਦੇ ਅਰਥ ਨੇ ਸ਼ੁੱਧ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਸ ਕਰਕੇ ਗੁਰੂ ਸਾਹਿਬ ਨੇ ਬਚਨ ਕੀਤਾ
कि जिन्ने भी जीव ने जी जात रंगां के नाव, इन्हां दे सारियां दे नाम रखे गए थे, नाम दिते गए। सबना लिखिया बूढ़ी कलाम, सारियां नूं नाम दिता गया थे अक्षर ने। बिल्कुल ठीक है। ਜਿਹੜਾ ਜਿਹੜਾ ਕਿਸੇ ਦਾ ਨਾਮ ਟਿਕਦਾ ਹੈ, ਉਹ ਨਾਮ ਭਾਵੇਂ ਮਾਤਾ ਪਿਤਾ ਰੱਖਦੇ ਨੇ, ਪਰ ਉਹਨਾਂ ਦੇ ਪਿੱਛੇ ਪ੍ਰਯੋਜਨ ਸ਼ਕਤੀ ਸਾਰੀ ਦੀ ਸਾਰੀ ਬ੍ਰਹਿਮੰਡ ਦੀ ਕੰਮ ਕਰਦੀ, ਅਕਾਲ ਪੁਰਖ ਦੀ, ਤਾਂ ਉਹਨਾਂ ਨੂੰ ਉਹ ਨਾਮ ਮਿਲਦਾ। ਸਾਰਿਆਂ ਦੇ ਨਾਮ ਦੇ ਦਿੱਤੇ ਗਏ। ਕਈ ਰੰਗਾਂ ਦੇ ਜੀਵ ਨੇ, ਕਈ ਜਾਤੀਆਂ ਦੇ ਜੀਵ ਨੇ। ਜਾਤ ਦਾ ਅਰਥ ਇੱਥੇ ਸਿਰਫ ਇੰਨਾ ਕਿ ਪਹਿਚਾਣ ਕਰਨੀ, ਹੋਰ ਜਾਤੀ ਕੋਈ ਨਹੀਂ ਸੀ। ਜਾਤ ਪਾਤ ਬਾਅਦ ਵਿੱਚ ਚੱਲੀ। ਸਭਨਾ ਲਿਖਿਆ ਬੁੜੀ ਕਲਾਮ, ਇੱਕ ਕਲਮ ਚੱਲ ਗਈ ਜਿਹਨੇ ਸਾਰਿਆਂ ਦਾ ਜੀਵਨ ਲਿਖ ਦਿੱਤਾ ਵੀ ਇਹਨਾਂ ਇਸ ਹੱਦ ਵਿੱਚ ਰਹਿਣਾ। ਫਿਰ ਸਾਹਿਬ ਕਹਿੰਦੇ ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਜਿਹੜੇ ਗੁਰਮੁਖ ਇਸ ਰਾਹ ਤੇ ਗਏ, ਉਹਨਾਂ ਨੇ ਇਸ ਜੀਵਨ ਦੇ ਲੇਖੇ ਨੂੰ, ਹਿਸਾਬ ਕਿਤਾਬ ਨੂੰ ਜਦੋਂ ਵੇਖਿਆ ਤੇ ਵੇਖ ਲਿਆ ਇਹਨੂੰ ਨਾ ਸਾਰੇ ਨੂੰ ਪੜ੍ਹਿਆ ਜਾ ਸਕਦਾ, ਨਾ ਸਾਰੇ ਨੂੰ ਲਿਖਿਆ ਜਾ ਸਕਦਾ। ਕੋਈ ਮਨੁੱਖ ਇਸ ਲੇਖੇ ਨੂੰ ਜਾਣਨ ਦਾ ਯਤਨ ਕਰੇ। ਫਿਰ ਲੇਖਾ ਲਿਖਿਆ ਕੇਤਾ, ਕੇਤਾ ਦਾ ਅਰਥ ਕਿੰਨਾ ਕੁ ਵੱਡਾ ਹੋ ਸਕਦਾ ਹੈ, ਕਿੰਨਾ ਕੁ ਮਹਾਨ ਹੈ। ਕੇਤਾ ਤਾਣ, ਕਿੰਨੀ ਸ਼ਕਤੀ ਹੈ ਉਹਦੇ ਅੰਦਰ। ਤਾਣ ਦਾ ਅਰਥ ਹੈ ਸ਼ਕਤੀ। ਸਵਾਲਿਓ ਰੂਪ, ਸਵਾਲਿਓ ਦਾ ਅਰਥ ਹੈ ਸੋਹਣਾ, ਰੂਪ ਦਾ ਅਰਥ ਹੈ ਸੁੰਦਰਤਾ, ਨੈਣ ਨਕਸ਼। ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕਿੰਨਾ ਕੁ ਤਾਣ, ਕਿੰਨੀ ਕੁ ਸ਼ਕਤੀ ਹੈ, ਕਿੰਨਾ ਕੁ ਮਹਾਨ ਉਹਦਾ ਰੂਪ ਹੈ, ਇਹਨੂੰ ਜਾਣਿਆ ਨਹੀਂ ਜਾ ਸਕਦਾ। ਕਿੰਨਾ ਕੁ ਸੁੰਦਰ ਹੈ। ਫਿਰ ਕਹਿੰਦੇ ਕੇਤੀ ਦਾਤ ਜਾਣੈ ਕੌਣ ਕੂਤ। ਕੂਤ ਦਾ ਮਤਲਬ ਹੈ ਮਿਣਨ ਵਾਲਾ, ਤੋਲਣ ਵਾਲਾ। ਕਿੰਨੀਆਂ ਕੁ ਦਾਤਾਂ ਉਹਨੇ ਇੱਥੇ ਭਰ ਦਿੱਤੀਆਂ ਨੇ, ਇਹਨਾਂ ਨੂੰ ਕੋਈ ਮਿਣਨ ਵਾਲਾ ਮਿਣ ਨਹੀਂ ਸਕਦਾ। ਸਾਡੇ ਵਾਸਤੇ ਉਹਨੇ ਕਿੰਨਾ ਕੁਝ ਇੱਥੇ ਬ੍ਰਹਿਮੰਡ ਦੇ ਵਿੱਚ ਬਣਾਇਆ, ਛੱਡਿਆ ਹੋਇਆ, ਸਾਡੀ ਪਾਲਣਾ ਕਰਨ ਵਾਸਤੇ, ਸਾਨੂੰ ਚਲਾਉਣ ਵਾਸਤੇ। ਜਿਹੜੀ ਹਵਾ ਨਾਲ ਅਸੀਂ ਜੀ ਰਹੇ ਹਾਂ, ਉਹ ਸਿਰਫ ਧਰਤੀ 'ਤੇ ਛੱਡੀ ਹੋਈ, ਉੱਪਰ ਨਹੀਂ। ਕੁਝ ਕਿਲੋਮੀਟਰ ਆਕਾਸ਼ 'ਤੇ ਜਾਓ, ਉੱਥੇ ਆਕਸੀਜਨ ਨਹੀਂ ਮਿਲੇਗੀ ਤੁਹਾਨੂੰ। ਫਿਰ ਇੰਨੀ ਕੁ ਪਰਤ ਕਿੰਨੇ ਬਣਾ ਕੇ ਛੱਡੀ? ਕੋਈ ਹੈ ਨਾ ਇਹਦੇ ਪਿੱਛੇ ਖੜਾ ਹੋਇਆ ਵੀ ਇੱਥੇ ਜੀਵ ਪੈਦਾ ਕਰਨੇ, ਉਹਨਾਂ ਨੂੰ ਆਕਸੀਜਨ ਚਾਹੀਦੀ ਹੈ। ਉਹਨੇ ਇੱਥੇ ਬਣਾਈ ਸਿਰਫ, ਅੱਗੇ ਨਹੀਂ। ਅਗਲੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਦੂਸਰੀ ਆਕਸੀਜਨ ਹੋਵੇਗੀ, ਉਹਨਾਂ ਵਾਸਤੇ ਦੂਸਰੀ ਹਵਾ ਹੋ ਸਕਦੀ। ਤਾਂ ਇਹ ਉਹਦੇ ਸਾਰੀਆਂ ਦਾਤਾਂ ਹਨ। ਕੇਤੀ ਦਾਤ ਜਾਣੈ ਕੌਣ ਕੂਤ। ਸਤਿਗੁਰਾਂ ਨੇ ਫਿਰ ਅੱਗੇ ਬਚਨ ਕੀਤਾ, ਕਹਿਣ ਲੱਗੇ ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਮਤਲਬ ਹੈ ਸ਼ਬਦ। ਕਵਾਓ ਦਾ ਮਤਲਬ ਹੈ ਕੂਣਾ, ਕਵਾਣਾ। ਇੱਕ ਕਵਾਓ ਤੋਂ, ਇੱਕ ਸ਼ਬਦ ਵਿੱਚੋਂ, ਇੱਕ ਆਵਾਜ਼ ਵਿੱਚੋਂ, ਜਿਹੜੀ ਕਿਸੇ ਭਾਸ਼ਾ ਵਿੱਚ ਨਹੀਂ ਸੀ। ਆ ਜਿੰਨੇ ਸ਼ਬਦ ਨੇ ਇਹ ਸਾਡੀ ਭਾਸ਼ਾ ਵਿੱਚ ਲਿਖੇ ਗਏ ਨੇ। ਇਹਨਾਂ ਦੀ ਕਮਾਈ ਕਰਕੇ, ਇਹਨਾਂ ਨੂੰ ਜਪ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਵਨ ਵਿੱਚ ਧਾਰਨ ਕਰਕੇ ਅਸੀਂ ਉਸ ਕਵਾਓ ਨੂੰ ਲੱਭ ਸਕਦੇ ਹਾਂ ਜਿਹਦੇ ਵਿੱਚੋਂ ਸਾਰਾ ਸੰਸਾਰ ਪੈਦਾ ਹੋਇਆ। ਇੱਕ ਕਵਾਓ ਸੀ, ਇੱਕ ਸ਼ਬਦ ਸੀ। ਪਹਿਲਾਂ ਉਹਨੇ ਆਪਣੇ ਵਿੱਚੋਂ ਸ਼ਬਦ ਪੈਦਾ ਕੀਤਾ, ਆਵਾਜ਼ ਪੈਦਾ ਕੀਤੀ। ਤੇ ਇਹ ਗੱਲ ਇੱਕ ਸੱਚਾਈ ਹੈ। ਆਵਾਜ਼ ਦੇ ਵਿੱਚੋਂ, ਸ਼ਬਦ ਦੇ ਵਿੱਚੋਂ ਸਾਰਾ ਸੰਸਾਰ ਪੈਦਾ ਹੋਇਆ। ਤੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਸੇਧ ਦਿੱਤੀ ਹੈ ਨਾ, ਸਭ ਤੋਂ ਸੌਖੀ, ਉਹ ਕਹਿੰਦੇ ਤੂੰ ਆਪਣੀ ਆਵਾਜ਼ ਵਿੱਚ ਧਿਆਨ ਲਾ। ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿਰਲੇਖ ਦੇ ਉੱਤੇ ਰਾਗ ਆਏ ਨੇ। ਰਾਗ ਦਾ ਮਤਲਬ ਵੀ ਇਹ ਹੈ ਕਿ ਬੰਦੇ ਦਾ ਜਿਹੜਾ ਧਿਆਨ ਹੈ ਆਵਾਜ਼ ਵਿੱਚ ਜਾਏ। ਪਹਿਲਾਂ ਬਾਹਰਲੇ ਜਿਹੜੇ ਸਾਜ਼ ਨੇ ਉਹਨਾਂ ਵਿੱਚ ਟਿਕੇ, ਜਦੋਂ ਸਾਜ਼ ਚੱਲਣਗੇ, ਰਾਗ ਚੱਲੇਗਾ, ਉਹਨਾਂ ਵਿੱਚ ਇਹਦਾ ਧਿਆਨ ਟਿਕੇ। ਫਿਰ ਸਹਿਜੇ ਸਹਿਜੇ ਜਿਹੜਾ ਇਹ ਸ਼ਬਦ ਉਚਾਰਨ ਕਰ ਰਿਹਾ ਹੈ, ਬੋਲ ਰਿਹਾ, ਤਾਂ ਉਸ ਸ਼ਬਦ ਵਿੱਚ ਇਹਦਾ ਧਿਆਨ ਜਾਏ। ਜਦੋਂ ਬੋਲਾਂਗੇ ਤੇ ਸ਼ਬਦ ਮੂੰਹ ਵਿੱਚ ਹੋਏਗਾ, ਪਰ ਜਿਉਂ-ਜਿਉਂ ਇਹਨੂੰ ਸਲੋ ਕਰਦੇ ਜਾਏਗਾ ਆਦਮੀ,
आवाज़ नूं घटाउंदा जाएगा। शब्द की बड़ी वड्डी साधना, बड़ा वड्डा विज्ञान सानू दिता है, असी उहदा विस्तार नहीं कर सके। सच्चाई ये है, विस्तार नहीं किया अजे तक। जिन्हां ने कमाइयां कीतियां उन्होंने तो समझ लिया, उन्होंने यतन भी किया, पर शब्द का विज्ञान ਇਹਦਾ विस्तार नहीं किया साडी कौम ने बहुता। जिवें दूसरे धर्म कर गए ना, योग तंत्र वाले ने बड़ा उन्हां विस्तार कर दिता है, बड़ी व्याख्या की योग मत की। सारिया चीज़ां उन्होंने साडे विच भी घसोड़ दित्तियां। कुछ उन्होंने इन्नी व्याख्या की अपने योग की कि वो योग साडे विच भी आ गया। प्राणायाम की उन्होंने व्याख्या की, प्राणायाम भी आ गया, साडे विच आया होया। साडी साधना के बहुते जिहड़े हिस्से ने अज दूसरियां तो लैके असीं कर रहे हैं उन्होंने। प्राणायाम, योग मत, तंत्र विद्या, होर कई कुछ है, पर शब्द का एक सब तो सुप्रीम विज्ञान सी साडे कोल, ते सरल सी, बिल्कुल सीधा, आम बंदे दे काम आउण वाला। सारे जिन्ने साधना ने, योग मत है, कई तरह दीयां समाधियां ने, तुसीं लाउंदे हो, वेखदे हो, सुणाउंदे ने लोग। पर वो एक गल कहते हैं भी जे तुसां इस ढंग नाल नाम जपना है ना, तो उत्ते एक बंदा होना चाहिए तुहानूं कंट्रोल करने वास्ते, किते डिग ना पवो। ये योग मत का एक तरीका है। वो जदों किसी नूं अभ्यास कराउंदे ने, दूसरा योगी कोल बहिंदा है, उहदा ध्यान रखदा है। पर गुरसिੱਖੀ विच गुरु नानक देव जी तो लैके ये तो जरूर कहा गया है कि नाम जपण वालियां दी संगत कर, उन्हां दे नाल रह जा, उन्हां दे तो सवाल जवाब तू कर सकना, सीख सकना है। पर सिੱਖੀ विच किते नहीं कहा गया भी एक बंदा नाम जपेगा तो दूसरा उहदे उत्ते खड़ा होवेगा। हाँ, वो सहायता लै सकदा है जिन्हां ने जपिया है। इसलिए ये चीज़ां जिहड़ियां ने दूसरे धर्मां की व्याख्या है, वो तां साडे विच आ गई भी असीं शब्द की व्याख्या बिल्कुल नहीं की। तां शब्द का जिहड़ा गुरु साहब ने कंसैप्ट दिता है कि इस एक शब्द तो सारा कुछ पैदा होया, उहदे विच तू ध्यान ला। अपने जिहड़ा तेरा शब्द है, अंदरों जिनका मोह टुटा तिनका शब्द सच्चा सवारिया। जदों इस अपने ही शब्द विच तू ध्यान लाएगा, बोलेगा, फिर इहदी जिहड़ी बोलण दी जिहड़ी आवाज़ दी प्रक्रिया उहनूं मध्यम करदा जाएगा, छोटी करदा जाएगा। तां तू ये ध्यान रखना है कि ये शब्द मध्यम हुंदा हुंदा किहड़े थां ते जा रहा, शरीर विच किधर नूं जा रहा, उहदे पिछे पिछे सुरत चली जाए। इहनूं कहंदे शब्द सुरत दा अभ्यास। तो जिथे जाके शब्द बिल्कुल साइलेंट हुंदा, चुप हो जाता, उत्थे सुरत नूं लै जाना, ये है शब्द सुरत का अभ्यास गुरु साहब ने दसिया है। हो सकता है आने वाले समय विच कौम इहदे उत्ते ध्यान देगी और इहदा विकास होवेगा तो अपने तरीके लभणगे, तां ये दूसरियां दे तरीके साडे विचों निकल जाणगे। इस करके गुरु साहब ने बचन कीता पसाओ। पसाओ का मतलब प्रसारण है, खिलारा। अकाल पुरख ने एक शब्द दे विचों सारा प्रसारण किया, सारे जीव पैदा किए बनाए, तिसते होए लख लखां ही दरिया उहदे विचों पैदा हो गए। अखीर ते बचन किया, कहंदे कुदरत कबन कहाँ विचार, तेरी कुदरत दी विचार किवें करां, वारिया ना जावां एक बार। मैं ते अपने आप नूं एक वारी तेरी कुदरत तो वार भी नहीं सकदा, भाव इन्ना छोटा हाँ। जो तुद भावै साई भली कार, जो तेनू चंगा लगदा उही कारज चंगा है। तू सदा सलामत निरंकार, सदा कायम रहन वाला है, सदा स्थिर रहन वाला है। आओ इस पंक्ति नूं पढ़ के फिर अरदास बेनती पे जुड़िए। सारियां ने कृपा करनी। वारिया ना जावा एक बार, वारिया ना जावा एक बार, वारिया ना जावा।